कर दिया। Yes, please. Good morning, everyone. Good morning, sir. Morning, sir. Good morning. Good morning, sir. Good morning, Good जी. morning, sir. Good morning. Good morning. Good morning. Good morning, sir. Good morning जी. काफी लंबे गैप तो बाद आज ਆਪਾਂ स्टार्ट कर रहे हैं क्लास हैं जी ते let's start. Today we will discuss paper number 5 CRPC. ਅਸੀਂ ਇਸ ਤੋਂ ਪਹਿਲਾਂ ਪੜ ਚੁੱਕੇ ਸੀ ਸੈਕਸ਼ਨ 1 167 ਤੱਕ ਪੜ ਚੁੱਕੇ ਸੀਗੇ CRPC. ਆਪਣੀ ਆਪਣੀ ਬੁੱਕਸ ਨਿਕਾਲੋ ਜੀ. ਸਿਵਲ ਪ੍ਰੋਸੀਜਰ ਕੋਡ 1973 Civil Procedure Code 1973 Section 168 onward. Section 168 Report of investigation by the subordinate police officer. ਜਦੋਂ ਵੀ ਕਿਸੇ subordinate ਪੁਲਿਸ ਆਫੀਸਰ ਵੱਲੋਂ ਕੋਈ ਇਨਕੁਆਇਰੀ ਕੀਤੀ ਜਾਂਦੀ ਹੈ ਤਾਂ ਉਹਦੀ ਜ਼ਿੰਮੇਵਾਰੀ ਕੀ ਬਣਦੀ ਹੈ ਆਪਣੇ ਸਟੇਸ਼ਨ ਆਫੀਸਰ ਨੂੰ ਐਸਐਚਓ ਨੂੰ ਜਾ ਕੇ ਰਿਪੋਰਟ ਕਰੇ ਕਿਸੇ ਵੀ ਕੇਸ ਦੇ ਸੰਬੰਧ ਵਿੱਚ when any subordinate police officer has made any investigation under this chapter he shall report the result of the investigation to the officer in charge of the police station. SHO ਨੂੰ ਰਿਪੋਰਟ ਕਰੇਗਾ ਕੋਈ ASI ਜਾਂ ਕੋਈ ਇੰਸਪੈਕਟਰ ਜਦੋਂ ਕਿਸੇ ਇਸ ਚੈਪਟਰ ਦੇ ਤਹਿਤ ਜਦੋਂ ਆਪਾਂ ਜੋ ਪੜ੍ਹ ਰਹੇ ਹੈਗੇ ਆ ਕੋਈ ਇਨਕੁਆਇਰੀ ਕਰਦਾ ਹੈ ਕੋਈ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਤਾਂ ਉਹਦੀ ਰਿਪੋਰਟ ਕਰੀ ਜਾਂਦੀ ਹੈ SHO ਕੋਲ ਰਿਪੋਰਟ ਕੀਤੀ ਜਾਂਦੀ ਹੈ ਰਿਲੀਜ਼ ਆਫ ਅਕਿਊਜ਼ਡ ਵੈਨ ਐਵੀਡੈਂਸ ਡੈਫੀਸ਼ੀਐਂਟ ਜਦੋਂ ਕਿਸੇ ਅਕਿਊਜ਼ ਨੂੰ ਪਕੜਿਆ ਹੈ ਹੁੰਦਾ ਅਰੈਸਟ ਕੀਤਾ ਹੈ ਹੁੰਦਾ ਕਿਸੇ ਮੁਕੱਦਮੇ ਦੇ ਵਿੱਚ ਕਿਸੇ ਦਾ ਇਨਕੁਆਇਰੀ ਦੇ ਵਿੱਚ ਜਾਂ ਕਿਸੇ ਇਨਵੈਸਟੀਗੇਸ਼ਨ ਦੇ ਦੌਰਾਨ ਜਦੋਂ SHO ਨੂੰ ਲੱਗਦਾ ਵੀ ਜਿਹੜੀ ਇਹ ਐਵੀਡੈਂਸ ਸਾਨੂੰ ਮਿਲੀ ਹੈਗੀ ਹੈ ਇਹਦੇ ਅਗੇਂਸਟ ਜਿਸ ਵਿਅਕਤੀ ਨੂੰ ਅਰੈਸਟ ਕੀਤਾ ਹੋਇਆ ਹੈਗਾ ਐਵੀਡੈਂਸ ਮੁਕੰਮਲ ਨਹੀਂ ਹੈ ਇਦਾਂ ਇਹ ਤੋਂ ਸਾਬਤ ਨਹੀਂ ਹੋ ਜਾਂਦਾ ਇਨਵੈਸਟੀਗੇਸ਼ਨ ਤੋਂ ਵੀ ਇਹ ਵਿਅਕਤੀ ਜਿਹੜਾ ਦੋਸ਼ੀ ਹੈਗਾ ਤਾਂ ਕੀ ਹੁੰਦਾ ਹੈ ਆਫੀਸਰ ਇਨ ਚਾਰਜ ਆਫ ਦਾ ਪੁਲਿਸ ਸਟੇਸ਼ਨ not sufficient evidence or reasonable ground suspicion to justify the forwarding ਜਦੋਂ ਇਹ ਲੱਗਦਾ ਵੀ ਇਸ ਨੂੰ ਮੈਜਿਸਟ੍ਰੇਟ ਅੱਗੇ ਪੇਸ਼ ਕਰਨ ਦੀ ਕੋਈ ਲੋੜ ਨਹੀਂ ਲੱਗਦੀ ਹੈਗੀ ਕਿਉਂਕਿ ਜਿਹੜੀ ਇਨਵੈਸਟੀਗੇਸ਼ਨ ਦੌਰਾਨ ਲੱਗਦਾ ਹੈ ਜਿਹੜਾ ਵਿਅਕਤੀ ਹੈਗਾ ਅਕਿਊਜ਼ ਨਹੀਂ ਹੈਗਾ ਠੀਕ ਹੈ ਤਾਂ ਉਸ ਨੂੰ ਰਿਲੀਜ਼ ਕਰ ਦਿੱਤਾ ਜਾਂਦਾ ਹੈ ਉਹ ਤੋਂ ਇੱਕ ਬੌਂਡ ਭਰਵਾ ਲਿਆ ਜਾਂਦਾ ਵੀ ਜਦੋਂ ਲੋੜ ਪਏਗੀ ਤਾਂ ਤੈਨੂੰ ਅਸੀਂ ਕੋਰਟ ਦੇ ਵਿੱਚ ਪੇਸ਼ ਕਰ ਸਕਾਂਗੇ ਜੇਕਰ ਜ਼ਰੂਰਤ ਪਈ ਤਾਂ ਜੇਕਰ ਕਿਸੇ ਕੋਈ ਦੋਸ਼ ਉਹਦੇ ਤੇ ਕਿਸੇ ਹੋਰ ਇਨਵੈਸਟੀਗੇਸ਼ਨ ਫਰਦਰ ਇਨਵੈਸਟੀਗੇਸ਼ਨ ਦੌਰਾਨ ਜੇ ਕੋਈ ਦੋਸ਼ ਸਾਬਤ ਹੁੰਦਾ ਉਸ ਵਿਅਕਤੀ ਦੇ ਖਿਲਾਫ ਕੋਈ ਡਾਊਟ ਕ੍ਰੀਏਟ ਹੁੰਦਾ ਹੈਗਾ ਤਾਂ ਉਹ ਬੌਂਡ ਭਰਵਾ ਲਿਆ ਜਾਂਦਾ ਹੈਗਾ ਵੀ ਤੈਨੂੰ ਜ਼ਰੂਰਤ ਪਈ ਜਾਂ ਉਹਦੀ ਸ਼ੋਰਟੀ ਵੀ ਲੈ ਲਈ ਜਾ ਸਕਦੀ ਹੈ ਇਕੱਲਾ ਬੌਂਡ ਵੀ ਭਰਵਾਇਆ ਜਾ ਸਕਦਾ ਹੈ ਤਾਂ ਜ਼ਰੂਰਤ ਪੈ ਤੇ ਤੈਨੂੰ ਜਿਹੜਾ ਸੰਬੰਧਿਤ ਮੈਜਿਸਟ੍ਰੇਟ ਹੈਗਾ ਜਿਹੜਾ ਵੀ ਕੇਸ ਦੀ ਇਨਕੁਆਇਰੀ ਕਰੇਗਾ ਜਾਂ ਟ੍ਰਾਇਲ ਚੱਲੇਗਾ ਉੱਥੇ ਪੇਸ਼ ਕੀਤਾ ਜਾਏਗਾ ਤਾਂ ਤੁਸੀਂ ਬੁਲਾਉਣ ਤੇ ਤੁਹਾਨੂੰ ਆਉਣਾ ਪਏਗਾ then section 170 ਹੈਗਾ cases to be sent to the magistrate when evidence is sufficient ਜਦੋਂ ਕਿਸੇ ਕੇਸ ਦੇ ਵਿੱਚ ਐਵੀਡੈਂਸ ਪੂਰੀ ਹੋ ਜਾਂਦੀ ਹੈ ਤਾਂ ਉਸ ਕੇਸ ਨੂੰ ਕੀ ਹੁੰਦਾ ਹੈ ਮੈਜਿਸਟ੍ਰੇਟ ਦੇ ਭੇਜਿਆ ਜਾਂਦਾ ਹੈ it appears to the officer in charge of the police station that there is sufficient evidence for the reasonable ground as aforesaid such officer shall forward the accused under custody to a magistrate ਤਾਂ ਜਿਹੜਾ ਉਹ ਅਕਿਊਜ਼ਡ ਹੈਗਾ ਜਿਹਨੂੰ ਅਰੈਸਟ ਕੀਤਾ ਹੁੰਦਾ ਹੈ ਉਸ ਨੂੰ ਪੁਲਿਸ ਕਸਟਡੀ ਦੇ ਵਿੱਚ ਮੈਜਿਸਟ੍ਰੇਟ ਦੇ ਅੱਗੇ ਪੇਸ਼ ਕੀਤਾ ਜਾਂਦਾ ਹੈ ਮੈਜਿਸਟ੍ਰੇਟ ਫਿਰ ਉਸ ਤੋਂ ਜਿਹੜੀ ਹੈਗੀ ਹੈ ਬੇਲ ਭਰਵਾਈ ਜਾ ਸਕਦੀ ਹੈ ਜਾਂ ਉਹਦੀ ਸ਼ੋਰਟੀ ਵੀ ਲਈ ਜਾ ਸਕਦੀ ਹੈ ਤੇ ਛੋਟੀ ਲੈ ਕੇ ਜਾਂ ਬੇਲ ਅਮਾਉਂਟ ਲੈ ਕੇ ਜਾਂ ਮੈਜਿਸਟ੍ਰੇਟ ਹੈਗਾ ਉਸ ਨੂੰ ਕਿਸੇ ਵੀ ਫਿਕਸ ਡੇਟ ਦੇ ਮੁਤਾਬਕ ਜਿਹੜਾ ਰਿਲੀਜ਼ ਕੀਤਾ ਜਾ ਸਕਦਾ ਹੈ when the officer in charge of the police station forward an accused to the magistrate takes security for his appearance before such magistrate under this section he shall send to such magistrate any weapon ਇਸ ਦੌਰਾਨ ਜੇ ਕੋਈ ਇਨਵੈਸਟੀਗੇਸ਼ਨ ਹੈ ਕਿਸੇ ਅਕਿਊਜ਼ ਤੋਂ ਪਕੜੀ ਜਾਂਦੀ ਹੈ ਕੋਈ ਇਨਵੈਸਟੀਗੇਸ਼ਨ ਦੇ ਦੌਰਾਨ ਕੋਈ ਵੈਪਨ ਪਕੜਿਆ ਗਿਆ ਠੀਕ ਹੈ ਉਹ ਵੈਪਨ ਵੀ ਜਿਹੜਾ ਹੈਗਾ ਪੁਲਿਸ ਕਸਟਡੀ ਦੇ ਵਿੱਚ ਪੁਲਿਸ ਦੇ
ਮੈਜਿਸਟ੍ਰੇਟ ਦੇ ਅੱਗੇ ਪੇਸ਼ ਕੀਤਾ ਜਾਂਦਾ ਹੈ। ਉਹ ਜਿਹੜਾ ਮਾਲਖਾਨਾ ਹੁੰਦਾ ਉੱਥੇ ਫਿਰ ਮਾਲਖਾਨੇ 'ਚ ਜਮ੍ਹਾਂ ਕਰਾ ਦਿੱਤਾ ਜਾਂਦਾ ਹੈ। ਤੇ ਜੇ ਜਿਹੜੇ ਅਕਿਊਜ਼ ਨੇ ਇੱਕ ਜਾਂ ਦੋ ਤੋਂ ਜ਼ਿਆਦਾ ਅਕਿਊਜ਼ਡ ਹੋਣ ਤਾਂ ਟੂ ਐਗਜ਼ੀਕਿਊਟ ਅ ਬੌਂਡ ਟੂ ਅਪੀਅਰ ਬਿਫੋਰ ਦ ਮੈਜਿਸਟ੍ਰੇਟ ਐਜ਼ ਦੇਅਰ ਬਾਈ ਡਾਇਰੈਕਟਡ ਐਂਡ ਪ੍ਰੋਸੀਕਿਊਟ ਔਰ ਗਿਵ ਐਵੀਡੈਂਸ। ਕਈ ਵਾਰੀ ਕੀ ਹੁੰਦਾ ਇਹਦੇ ਵਿੱਚ ਜਿਹੜਾ SHO ਹੁੰਦਾ ਉਹ ਆਪਦੇ ਪੱਧਰ ਤੇ ਹੀ ਬੇਲ ਬੌਂਡ ਲੈ ਕੇ ਵਿਅਕਤੀਆਂ ਨੂੰ ਰਿਲੀਜ਼ ਕਰ ਦਿੰਦਾ ਹੈਗਾ, ਤਾਂ ਫਿਰ ਉਹਨਾਂ ਤੋਂ ਜਿਹੜਾ ਹੈਗਾ ਬੇਲ ਬੌਂਡ ਭਰਵਾ ਲਿਆ ਜਾਂਦਾ ਹੈ ਮੈਜਿਸਟ੍ਰੇਟ ਦੇ ਅੱਗੇ ਟੂ ਐਗਜ਼ੀਕਿਊਟ ਅ ਬੌਂਡ ਟੂ ਅਪੀਅਰ ਬਿਫੋਰ ਦ ਮੈਜਿਸਟ੍ਰੇਟ ਐਜ਼ ਦੇਅਰ ਬਾਈ ਡਾਇਰੈਕਟਡ ਐਂਡ ਪ੍ਰੋਸੀਕਿਊਟ ਟੂ ਗਿਵ ਐਵੀਡੈਂਸ। ਨੈਕਸਟ ਹੈ ਸਬਸੈਕਸ਼ਨ 4 ਦੇ ਵਿੱਚ ਕੀ ਕਿਹਾ ਜਾਂਦਾ, ਆਫੀਸਰ ਇਨ ਹੂਜ਼ ਪ੍ਰੈਜ਼ੈਂਸ ਦਾ ਬੌਂਡ ਇਜ਼ ਐਗਜ਼ੀਕਿਊਟਡ ਸ਼ੈਲ ਡਿਲੀਵਰ ਅ ਕਾਪੀ। ਉਹਦੀ ਜਦੋਂ ਬੌਂਡ ਭਰਾਇਆ ਜਾਂਦਾ ਹੈ ਤਾਂ ਉਹਦੀ ਇੱਕ ਕਾਪੀ ਜਿਹੜੀ ਹੈਗੀ ਹੈ ਉਹ ਅਕਿਊਜ਼ਡ ਪਰਸਨ ਨੂੰ ਦਿੱਤੀ ਜਾਂਦੀ ਹੈ ਜਦੋਂ ਬੌਂਡ ਭਰਾਇਆ ਜਾਂਦਾ ਹੈ, ਤਾਂ ਕਿ ਉਹਨੂੰ ਪਤਾ ਲੱਗੇ ਮੈਂ ਕੀ ਬੌਂਡ ਦਿੱਤਾ ਤੇ ਜਿਹੜੀ ਅਸਲ ਜਿਹੜਾ ਬੌਂਡ ਭਰਾਇਆ ਗਿਆ ਹੁੰਦਾ ਪੁਲਿਸ ਵੱਲੋਂ ਤਾਂ ਉਹ ਕੋਰਟ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਸੈਕਸ਼ਨ 170 ਬਣ ਗਿਆ ਕੰਪਲੇਨੈਂਟ ਐਂਡ ਵਿਟਨੈਸਸ ਨਾਟ ਟੂ ਬੀ ਰਿਕੁਆਇਰਡ ਟੂ ਅਕੰਪਨੀ ਪੁਲਿਸ ਆਫੀਸਰ ਐਂਡ ਨਾਟ ਟੂ ਬੀ ਸਬਜੈਕਟ ਟੂ ਦ ਰਿਸਟ੍ਰੇਂਟ। ਕੋਈ ਕੰਪਲੇਨੈਂਟ ਹੈਗਾ ਜਦੋਂ ਕੋਈ ਜਾਂ ਕੋਈ ਵਿਟਨੈਸ ਹੈਗਾ, ਠੀਕ ਹੈ, ਉਹਨੂੰ ਕੋਈ ਜ਼ਰੂਰੀ ਨਹੀਂ ਹੈਗਾ ਵੀ ਪੁਲਿਸ ਨੂੰ ਕਹੇ ਵੀ ਸਾਡੀ ਕਸਟਡੀ ਦੇ ਵਿੱਚ ਤੁਸੀਂ ਜਾ ਕੇ ਮਤਲਬ ਕੋਰਟ ਦੇ ਵਿੱਚ ਜਾਣਾ ਹੈ। ਪੁਲਿਸ ਦੀ ਕਸਟਡੀ ਦੀ ਲੋੜ ਨਹੀਂ ਹੁੰਦੀ, ਉਹਨੂੰ ਪੁਲਿਸ ਆਪਦੀ ਕਸਟਡੀ ਵਿੱਚ ਲੈ ਕੇ ਨਹੀਂ ਆ ਸਕਦੀ ਵਿਟਨੈਸ ਨੂੰ ਤੇ ਜਾਂ ਕੰਪਲੇਨੈਂਟ ਨੂੰ, ਜੇ ਕੋਈ ਕਿਸੇ ਨੇ ਕੰਪਲੇਂਟ ਕੀਤੀ ਹੈ, ਠੀਕ ਹੈ। ਨਾਟ ਟੂ ਬੀ ਰਿਕੁਆਇਰਡ ਟੂ ਦਾ ਕੰਪਨੀ ਆਫ ਦਾ ਪੁਲਿਸ ਆਫੀਸਰ ਐਂਡ ਨਾਟ ਟੂ ਬੀ ਸਬਜੈਕਟ ਟੂ ਦਾ ਸਟੇਟ। ਪੁਲਿਸ ਨੂੰ ਆਪਦੇ ਮਤਲਬ ਕਿ ਸਟੇਨ ਕਰਕੇ ਨਹੀਂ ਰੱਖ ਸਕਦੀ ਕਿਸੇ ਵਿਟਨੈਸ ਨੂੰ, ਆਪਦੀ ਮਰਜ਼ੀ ਦੇ ਨਾਲ ਉਹਨੂੰ ਕੋਈ ਸਿਖਾ ਪੜ੍ਹਾ ਲਿਖਾ ਨਹੀਂ ਸਕਦੀ ਹੈਗੀ ਤੇ ਆਪਦੀ ਕਸਟਡੀ 'ਚ ਨਹੀਂ ਰੱਖ ਸਕਦੀ ਹੈਗੀ। ਉਹ ਫ੍ਰੀ ਹੁੰਦੇ ਆ ਆਪਦੀ ਮਰਜ਼ੀ ਦੇ ਨਾਲ ਕੋਰਟ ਦੇ ਵਿੱਚ ਡੇਟ ਫਿਕਸ ਦੇ ਵਿੱਚ ਜਿਹੜਾ ਕੰਪਲੇਨੈਂਟ ਹੈ ਕੋਰਟ 'ਚ ਆਉਂਦਾ ਤੇ ਵਿਟਨੈਸ ਵੀ ਆਪਣੀ ਮਰਜ਼ੀ ਦੇ ਨਾਲ ਫ੍ਰੀ ਵਿਲ ਦੇ ਨਾਲ ਆ ਕੇ ਆਪਣੀ ਜਿਹੜੀ ਗਵਾਹੀ ਦਿੰਦਾ ਹੈਗਾ। ਨੈਕਸਟ ਹੈ ਸੈਕਸ਼ਨ 172 ਡਾਇਰੀ ਆਫ ਦਾ ਪ੍ਰੋਸੀਡਿੰਗਸ ਇਨ ਦਾ ਇਨਵੈਸਟੀਗੇਸ਼ਨ। ਜਦੋਂ ਵੀ ਕਿਸੇ ਪੁਲਿਸ ਆਫੀਸਰ ਵੱਲੋਂ ਕੋਈ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ, ਠੀਕ ਹੈ, ਇਨਵੈਸਟੀਗੇਸ਼ਨ ਦੇ ਦੌਰਾਨ ਪੁਲਿਸ ਆਫੀਸਰ ਕੋਲ ਇੱਕ ਡਾਇਰੀ ਹੁੰਦੀ ਹੈ। ਉਹ ਆਪਣੀ ਡਾਇਰੀ ਦੇ ਉੱਪਰ ਹਰ ਰੋਜ਼ ਦਾ ਜੋ ਕਿੰਨੇ ਵਜੇ ਕਿੱਥੇ ਗਿਆ, ਕਿਸ ਵਿਅਕਤੀ ਦੀ ਜਿਹੜੀ ਉਹਨੇ ਜਿਹੜੇ ਬਿਆਨ ਹੈ ਕਲਮਬੰਦ ਕੀਤੇ, ਠੀਕ ਹੈ, ਕਿਹੜੀ ਤਰੀਕ ਨੂੰ ਕਿੱਥੇ ਗਿਆ, ਕੀ ਸਟੇਟਮੈਂਟ ਲਈ ਗਈ, ਕਿਸ ਵਿਅਕਤੀ ਦੀ ਕੀ ਸਟੇਟਮੈਂਟ ਲਈ ਗਈ, ਇਹ ਸਾਰੇ ਜਿਹੜੇ ਇਨਵੈਸਟੀਗੇਸ਼ਨ ਜਿਹੜੀ ਜਦੋਂ ਕੀਤੀ ਜਾਂਦੀ ਹੈ ਕਿਸੇ ਪੁਲਿਸ ਆਫੀਸਰ ਵੱਲੋਂ ਆਪਣੀ ਡਾਇਰੀ ਦੇ ਵਿੱਚ ਨਾਲ ਡੇਟਸ ਵਗੈਰਾ ਟਾਈਮ ਵਗੈਰਾ ਸਾਰਾ ਨੋਟ ਕੀਤਾ ਜਾਂਦਾ ਹੈ। ਇਹ ਕ੍ਰਿਮੀਨਲ ਕੋਰਟ ਸੈਂਡ ਫॉर ਦਾ ਪੁਲਿਸ ਡਾਇਰੀਜ਼। ਜਿਹੜੀ ਇਹ ਡਾਇਰੀ ਹੁੰਦੀ ਹੈ ਜਦੋਂ ਇਹ ਕੋਈ ਟ੍ਰਾਇਲ ਪੇਸ਼ ਜਦੋਂ ਮਤਲਬ ਕਿ ਚਲਾਨ ਪੇਸ਼ ਕੀਤਾ ਜਾਂਦਾ ਹੈਗਾ, ਜਿਹੜੀ ਪੁਲਿਸ ਦੀ ਇਹ ਡਾਇਰੀ ਹੁੰਦੀ ਹੈ ਪੁਲਿਸ ਆਫੀਸਰ ਦੀ ਪ੍ਰੋਸੀਡਿੰਗ ਜਿਹ 'ਚ ਨੋਟ ਕੀਤੀਆਂ ਜਾਂਦੀਆਂ ਨੇ, ਇਹ ਡਾਇਰੀ ਵੀ ਨਾਲ ਜਮ੍ਹਾਂ ਹੁੰਦੀ ਹੈ ਕੋਰਟ ਦੇ ਵਿੱਚ। ਅਕਿਊਜ਼ਡ ਵਗੈਰਾ ਨੂੰ ਕੋਈ ਡਾਇਰੀ ਵਗੈਰਾ ਸਬਮਿਟ ਕਰਨ ਦੇ ਲਈ ਨਹੀਂ ਕਿਹਾ ਜਾ ਸਕਦਾ ਤੇ ਨਾ ਹੀ ਉਹਨਾਂ ਕੋਲ ਕੋਈ ਡਾਇਰੀ ਇਦਾਂ ਦੀ ਹੁੰਦੀ ਹੈ। ਰਿਪੋਰਟ ਆਫ ਦਾ ਪੁਲਿਸ ਆਫੀਸਰ ਔਨ ਦਾ ਕੰਪਲੀਸ਼ਨ ਆਫ ਦਾ ਇਨਵੈਸਟੀਗੇਸ਼ਨ। ਜਦੋਂ ਕੋਈ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਂਦੀ ਹੈ ਤਾਂ ਪੁਲਿਸ ਆਫੀਸਰ ਵੱਲੋਂ ਰਿਪੋਰਟ ਦਿੱਤੀ ਜਾਂਦੀ ਹੈ। ਐਜ਼ ਸੂਨ ਐਜ਼ ਇਟ ਇਜ਼ ਕੰਪਲੀਟਡ ਦਾ ਆਫੀਸਰ ਇਨ ਚਾਰਜ ਆਫ ਦਾ ਪੁਲਿਸ ਸਟੇਸ਼ਨ, ਜਿਹਨੂੰ ਆਪਾਂ ਕਹਿੰਦੇ ਹਾਂ ਵੀ SHO ਵੱਲੋਂ ਮੈਜਿਸਟ੍ਰੇਟ ਦੇ ਅੱਗੇ ਫਿਰ ਜਿਹੜੀ ਹੈਗੀ ਹੈ ਰਿਪੋਰਟ ਦਿੱਤੀ ਜਾਂਦੀ ਹੈ। ਔਰ ਜਿਹੜੀ ਰਿਪੋਰਟ ਹੈਗੀ ਹੈ, ਰਿਪੋਰਟ ਦਾ ਕੀ ਪਰਫਾਰਮਾ ਹੁੰਦਾ ਹੈ, ਨੇਮ ਆਫ ਦਾ ਪਾਰਟੀਜ਼, ਕਿਹੜੀਆਂ ਪਾਰਟੀਆਂ ਹੈਗੀਆਂ, ਨੇਚਰ ਆਫ ਦਾ ਇਨਫੋਰਮੇਸ਼ਨ, ਕੀ ਇਨਫੋਰਮੇਸ਼ਨ ਹੈਗੀ ਹੈ ਪੁਲਿਸ ਕੋਲੇ, ਕਿਸ ਆਫੈਂਸ ਦੀ ਕੀ ਇਨਫੋਰਮੇਸ਼ਨ ਕੀ ਹੈਗੀ ਹੈ, ਦਾ ਨੇਮਸ ਆਫ ਦਾ ਪਰਸਨਸ ਹੂ ਅਪੀਅਰ ਟੂ ਬੀ ਅਕੁਆਇੰਟਡ ਵਿਦ ਦਾ ਸਰਕਮਸਟੈਂਸਸ, ਕਿਹੜੇ ਵਿਅਕਤੀ ਜਿਹੜੇ ਪੇਸ਼ ਹੋਣਗੇ, ਵੈਦਰ ਐਨੀ ਆਫੈਂਸ ਅਪੀਅਰਸ ਟੂ ਬੀ ਹੈਵਿੰਗ ਕਮਿਟਡ, ਕਿ ਕੋਈ ਆਫੈਂਸ ਕਮਿਟ ਹੋ ਗਿਆ, ਔਰ ਇਫ ਸੋ ਬਾਈ ਹੋਮ, ਕਿਸ ਵਿਅਕਤੀ ਨੇ ਜਿਹੜਾ ਆਫੈਂਸ ਹੈ ਕਮਿਟ ਕੀਤਾ ਹੈਗਾ, ਕਿ ਉਹ ਪੁਲਿਸ ਕਸਟਡੀ ਦੇ ਵਿੱਚ ਹੈਗਾ ਵਿਅਕਤੀ ਜਾਂ ਦੌੜਿਆ ਹੋਇਆ ਕਿਸੇ ਆਸੇ ਪਾਸੇ, whether he has been released ਜਾਂ ਉਹਨੂੰ ਬੌਂਡ ਦੇ ਉੱਪਰ ਰਿਲੀਜ਼ ਕਰ ਦਿੱਤਾ ਗਿਆ ਹੈ, ਕਿ ਜਿਹੜਾ ਇਕੱਲਾ ਬੌਂਡ ਲੈ ਗਿਆ ਜਾਂ ਉਹਦੀ ਕੋਈ ਸ਼ੋਰਟੀ ਵੀ ਨਾਲ ਲਈ ਗਈ ਹੈਗੀ ਹੈ, whether he has been forwarded in the custody under section 170 ਜਾਂ section 170 ਦੇ ਤਹਿਤ ਕਿ ਉਹਦੀ ਕਿ ਉਹ ਕਸਟਡੀ ਦੇ ਵਿੱਚ ਹੈਗਾ। ਇੱਦਾਂ ਦੀ ਸਾਰੀ ਜਿਹੜੀ ਹੈਗੀ ਹੈ ਇਨਫੋਰਮੇਸ਼ਨ ਹੈ ਜਿਹੜੀ ਇਹ ਪੁਲਿਸ ਆਫੀਸਰ ਵੱਲੋਂ ਜਿਹੜੀ ਹੈਗੀ SHO ਵੱਲੋਂ ਕੋਰਟ ਨੂੰ ਜਮ੍ਹਾਂ ਕਰਾਈ ਜਾਂਦੀ ਹੈ। The officer shall also communicate in such manner as may be prescribed the action taken by him to the person if any whom the information relating to the commission of the offence was first given। ਕਿਹੜਾ ਵਿਅਕਤੀ ਕਿਹਨੂੰ ਪਹਿਲਾਂ ਇਨਫੋਰਮੇਸ਼ਨ ਦਿੱਤੀ ਗਈ, ਇਹ ਸਾਰੀ ਜਿਹੜੀ ਹੈਗੀ ਹੈ ਡਿਟੇਲ ਜਿਹੜੀ ਰਿਪੋਰਟ ਹੈਗੀ ਹੈ ਤੇ ਨਾਲ ਹੀ ਸੁਪੀਰੀਅਰ ਆਫੀਸਰ ਨੂੰ ਵੀ ਆਪਦੀ ਜਿਹੜੀ ਰਿਪੋਰਟ ਹੈਗੀ ਇਹ ਭੇਜੀ ਜਾਂਦੀ ਹੈ।
ਜਿਹੜੀ ਇਹ ਰਿਪੋਰਟ ਜਾਂਦੀ ਹੈ, ਰਿਪੋਰਟ ਦੇ ਨਾਲ ਜਿਹੜੇ ਸਾਰੇ ਡਾਕੂਮੈਂਟ ਹੁੰਦੇ ਆ ਜਿਹੜੇ ਇਸ ਕੇਸ ਨਾਲ ਸੰਬੰਧਿਤ ਹੁੰਦੇ, ਇਨਵੈਸਟੀਗੇਸ਼ਨ ਦੇ ਨਾਲ ਜਿਹੜੇ ਸੰਬੰਧਿਤ ਡਾਕੂਮੈਂਟ ਹੁੰਦੇ ਆ, ਇਨਵੈਸਟੀਗੇਸ਼ਨ ਦੇ ਦੌਰਾਨ ਪੁਲਿਸ ਆਫੀਸਰ ਨੂੰ ਕੋਈ ਡਾਕੂਮੈਂਟ ਮਿਲਦੇ ਆ ਜਿਹੜੇ ਕਿ ਐਵੀਡੈਂਸ ਨੂੰ ਪ੍ਰੂਵ ਕਰਦੇ ਹੈਗੇ ਆ, ਠੀਕ ਹੈ। ਉਹ ਸਾਰੇ ਡਾਕੂਮੈਂਟ ਵੀ ਨਾਲ ਰਿਪੋਰਟ ਦੇ ਜਾਂਦੇ ਆ ਤੇ 161 ਦੇ ਬਿਆਨ ਜਿਹੜੀ ਸਟੇਟਮੈਂਟ ਹੁੰਦੀ ਹੈ, 161 ਦੇ ਬਿਆਨ ਕੀ ਹੁੰਦੇ ਨੇ, 161 ਦੇ ਵਿੱਚ ਕੀ ਹੁੰਦਾ, ਜਿਸ ਵਿਅਕਤੀ ਦੀ ਕੋਈ ਸਟੇਟਮੈਂਟ, ਜਿਹੜਾ ਵੀ ਕਿਤੇ ਕਿਸੇ ਗੱਲ ਦੀ ਇਨਫੋਰਮੇਸ਼ਨ ਦਿੰਦਾ ਉਸ ਕੇਸ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਾ, ਉਹਦੇ ਬਿਆਨ ਲਏ ਜਾਂਦੇ ਆ ਪੁਲਿਸ ਆਫੀਸਰ ਵੱਲੋਂ। ਸੈਕਸ਼ਨ 161 ਦੇ ਤਹਿਤ ਜਿਹੜੇ ਬਿਆਨ ਲਏ ਜਾਂਦੇ ਆ, ਇਹਦੇ ਤੇ ਜਿਹੜਾ ਬੰਦਾ ਬਿਆਨ ਦੇ ਰਿਹਾ ਹੁੰਦਾ ਉਹਦੇ ਸਾਈਨਾਂ ਦੀ ਲੋੜ ਨਹੀਂ ਹੁੰਦੀ, ਇਹ ਪੁਲਿਸ ਆਫੀਸਰ ਵੱਲੋਂ ਆਪਦੇ ਪੱਧਰ ਤੇ ਬਿਆਨ ਲਏ ਜਾਂਦੇ ਆ ਤੇ ਕੋਰਟ ਦੇ ਵਿੱਚ ਵੀ ਜ਼ਿਆਦਾ ਵੇਟੇਜ ਨਹੀਂ ਹੁੰਦੀ 161 ਦੇ ਬਿਆਨਾਂ ਦੀ। ਤੇ ਜਿਹੜਾ ਵਿਅਕਤੀ ਜਾ ਕੇ ਜਿਸਨੇ ਸਟੇਟਮੈਂਟ ਦਿੱਤੀ ਹੈ, ਜੇ ਉਹ ਜਾ ਕੇ ਕੋਰਟ ਦੇ ਵਿੱਚ ਬਿਆਨ ਦੇਗਾ ਤਦ ਹੀ ਉਹਨਾਂ ਦੀ ਜਿਹੜੀ ਵੇਟੇਜ ਮੰਨੀ ਜਾਂਦੀ ਹੈ। ਜੇ ਕੋਈ ਪਾਰਟ ਇਨਵੈਸਟੀਗੇਸ਼ਨ ਦੇ ਦੌਰਾਨ ਇਸ ਪਾਰਟ ਨਹੀਂ ਬਣਦਾ, ਕੁਝ ਐਕਸਟਰਾ ਡਾਕੂਮੈਂਟ ਵੀ ਹੋ ਸਕਦੇ ਆ, ਉਹ ਐਕਸਕਲੂਡ ਕਰ ਦਿੱਤੇ ਜਾਂਦੇ ਨੇ, ਠੀਕ ਹੈ। ਬਾਕੀ ਸਾਰੀ ਇਨਵੈਸਟੀਗੇਸ਼ਨ ਦਾ ਜਿਹੜਾ ਪਾਰਟ ਬਣ ਜਾਂਦਾ ਹੈਗਾ, ਪੂਰੀ ਜਿਹੜੀ ਰਿਪੋਰਟ ਹੈ, ਜਿੰਨਾ ਵੀ ਡਾਕੂਮੈਂਟ ਇਨਵੈਸਟੀਗੇਸ਼ਨ ਦੇ ਦੌਰਾਨ ਮਿਲੇ ਹੈਗੇ, ਉਹ ਸਾਰੇ ਜਿਹੜੀ ਕੋਰਟ ਨੂੰ ਭੇਜੇ ਜਾਂਦੇ ਨੇ। ਪੁਲਿਸ ਟੂ ਇਨਕੁਆਇਰੀ ਐਂਡ ਰਿਪੋਰਟ ਔਨ ਸੁਸਾਈਡ ਐਟਸੈਟਰਾ। ਕੋਈ ਵਿਅਕਤੀ ਸੁਸਾਈਡ ਕਰ ਲੈਂਦਾ ਹੈ, ਕੋਈ ਲੜਕੀ ਸੁਸਾਈਡ ਕਰ ਲੈਂਦੀ ਹੈ, ਕੋਈ ਲੇਡੀ ਸੁਸਾਈਡ ਕਰ ਲੈਂਦੀ ਹੈ, ਠੀਕ ਹੈ, ਤਾਂ ਉਹਦੀ ਜਿਹੜੀ ਇਨਕੁਆਇਰੀ ਕੀਤੀ ਜਾਂਦੀ ਹੈ ਪੁਲਿਸ ਵੱਲੋਂ, ਫਿਰ ਉਹਦੀ ਰਿਪੋਰਟ ਕੀਤੀ ਜਾਂਦੀ ਹੈ। ਵੈਨ ਦਾ ਆਫੀਸਰ ਇਨ ਚਾਰਜ ਆਫ ਦਾ ਪੁਲਿਸ ਸਟੇਸ਼ਨ ਔਰ ਸਮ ਅਦਰ ਪੁਲਿਸ ਆਫੀਸਰ ਰਿਸੀਵਸ ਇਨਫੋਰਮੇਸ਼ਨ, ਜਦੋਂ ਕੋਈ ਇਨਫੋਰਮੇਸ਼ਨ ਮਿਲਦੀ ਹੈ ਵੀ ਕੋਈ ਵਿਅਕਤੀ ਨੇ ਕਿਸੇ ਨੇ ਸੁਸਾਈਡ ਕਰ ਲਿਆ ਜਾਂ ਕਿ ਕੋਈ ਡੈਥ ਹੋ ਗਈ ਹੈਗੀ ਆ, ਔਰ ਹੈਜ਼ ਬੀਨ ਕਿਲਡ ਬਾਈ ਐਨੀ ਅਨਦਰ ਔਰ ਬਾਈ ਐਨੀ ਐਨੀਮਲ, ਕੋਈ ਸੜਕ ਦੇ ਉੱਪਰ ਕਿਸੇ ਜਾਨਵਰ ਨੇ, ਕਿਸੇ ਮਸ਼ੀਨਰੀ ਦੇ ਨਾਲ, ਕੋਈ ਐਕਸੀਡੈਂਟ ਦੇ ਨਾਲ ਕੋਈ ਡੈਥ ਹੋ ਜਾਂਦੀ ਹੈਗੀ ਆ, ਤਾਂ ਪੁਲਿਸ ਆਫੀਸਰ ਜਿਹਦਾ ਵੀ ਇਹੋ ਏਰੀਆ ਪੈਂਦਾ ਹੈਗਾ, ਇਮੀਡੀਏਟਲੀ ਮੌਕੇ ਤੇ ਜਾਂਦਾ ਹੈ, ਮੌਕੇ ਤੇ ਜਾ ਕੇ ਦੇਖਦਾ ਹੈਗਾ, ਸਾਰੀ ਕਾਰਵਾਈ ਕੀਤੀ ਜਾਂਦੀ ਹੈ ਤੇ ਨਾਲ ਹੀ ਮੈਜਿਸਟ੍ਰੇਟ ਨੂੰ ਰਿਪੋਰਟ ਭੇਜੀ ਜਾਂਦੀ ਹੈ। ਜਿਹੜਾ ਮੈਜਿਸਟ੍ਰੇਟ ਮੇ ਵੀ ਜਿਵੇਂ ਸਟੇਟ ਗਵਰਨਮੈਂਟ ਵੱਲੋਂ ਜੋ ਥਰਾਈ ਕੀਤਾ ਗਿਆ ਹੁੰਦਾ, ਡਿਸਟ੍ਰਿਕਟ ਮੈਜਿਸਟ੍ਰੇਟ, ਸਬ ਡਿਵੀਜ਼ਨ ਮੈਜਿਸਟ੍ਰੇਟ ਜਾਂ ਐਗਜ਼ੈਕਟਿਵ ਮੈਜਿਸਟ੍ਰੇਟ, ਠੀਕ ਹੈ, ਜਿਹਦੀਆਂ ਡਿਊਟੀਆਂ ਤੁਹਾਡੀਆਂ ਵੀ ਲੱਗਣਗੀਆਂ ਇਨ ਫਿਊਚਰ, ਡਿਊਟੀ ਲੱਗਦੀ ਹੈ ਆਪਣੇ ਐਗਜ਼ੈਕਟਿਵ ਮੈਜਿਸਟ੍ਰੇਟ ਦੀ। ਇਸ ਕੇਸ ਦੇ ਵਿੱਚ ਜਦੋਂ ਕੋਈ ਇੱਦਾਂ ਦੀ ਕੋਈ ਇਨਕੁਐਸਟ ਰਿਪੋਰਟ ਬਣਾਈ ਜਾਂਦੀ ਹੈ, ਇਨਕੁਐਸਟ ਰਿਪੋਰਟ ਕੀ ਹੁੰਦੀ ਹੈ, ਮੌਤ ਦੀ ਤਹਿਕੀਕਾਤ ਕੀਤੀ ਜਾਂਦੀ ਹੈ, ਜਾਂਚ ਪੜਤਾਲ ਕੀਤੀ ਜਾਂਦੀ ਹੈ ਵੀ ਇਹ ਮੌਤ ਦਾ ਕੀ ਕਾਰਨ ਹੈਗਾ, ਪ੍ਰੀਲਿਮਿਨਰੀ ਰਿਪੋਰਟ ਕੀਤੀ ਜਾਂਦੀ ਹੈ। ਸ਼ੈਲ ਪ੍ਰੋਸੀਡ ਟੂ ਦਾ ਪਲੇਸ ਵੇਅਰ ਦਾ ਬੋਡੀ ਆਫ ਸੱਚ ਡਿਸੀਜ਼ਡ ਪਰਸਨ ਇਜ਼ ਐਂਡ ਦੇਅਰ ਇਜ਼ ਪ੍ਰੈਜ਼ੈਂਸ ਆਫ 2 ਔਰ ਮੋਰ ਰਿਸਪੈਕਟੇਬਲਸ। ਮੌਕੇ ਤੇ ਜਾ ਕੇ ਪੁਲਿਸ ਆਫੀਸਰ ਵੱਲੋਂ ਆਂਢੀ-ਗੁਆਂਢੀਆਂ ਦੇ ਬਿਆਨ ਲਏ ਜਾਂਦੇ ਨੇ, ਉਹਨੂੰ ਦੇਖਿਆ ਜਾਂਦਾ, ਬੋਡੀ ਨੂੰ ਦੇਖਿਆ ਜਾਂਦਾ ਵੀ ਡੈਥ ਹੋਣ ਦਾ ਕੀ ਕਾਰਨ ਹੈਗਾ ਰੂਟੀਨ ਦੇ ਵਿੱਚ, ਤੇ ਫਿਰ ਉਹਦੀ ਜਿਹੜੀ ਇਹ ਹੈ ਆਪਣੀ ਰਿਪੋਰਟ ਬਣਾ ਕੇ ਸਾਈਨ ਕਰਕੇ ਮੈਜਿਸਟ੍ਰੇਟ ਨੂੰ ਭੇਜੀ ਜਾਂਦੀ ਹੈ, ਐਸਡੀਐਮ ਨੂੰ, ਇਲਾਕੇ ਦੇ ਮੈਜਿਸਟ੍ਰੇਟ ਐਸਡੀਐਮ ਨੂੰ ਭੇਜੀ ਜਾਂਦੀ ਹੈ ਜਾਂ ਡੀਸੀ ਨੂੰ ਭੇਜੀ ਜਾਂਦੀ ਹੈ। ਤੇ ਵੈਨ ਦਾ ਕੇਸ ਇਨਵੋਲਵ ਸੁਸਾਈਡ, ਜਦੋਂ ਜਿਹੜਾ ਕੇਸ ਹੈਗਾ ਸੁਸਾਈਡ ਨਾਲ ਸੰਬੰਧਿਤ ਹੋਵੇ, ਸੁਸਾਈਡ ਕਿਵੇਂ, ਵੂਮੈਨ ਹੈਗੀ ਆ, ਉਹਨੇ ਸੁਸਾਈਡ ਕਰ ਲਿਆ ਹੋਵੇ ਜਿਹਦੀ ਅਜੇ ਮੈਰਿਜ ਨੂੰ 7 ਸਾਲ ਹੋਏ ਹੋਣ, ਵਿਦਿਨ 7 years ਆਫ ਹਰ ਮੈਰਿਜ, 7 ਸਾਲ ਦੇ ਮੈਰਿਜ ਨੂੰ ਹੋਏ ਹੋਣ, ਉਹਦੇ ਲੜਕੀ ਨੇ ਕਿਸੇ ਨੇ, ਵੂਮੈਨ ਨੇ ਕਿਸੇ ਨੇ ਸੁਸਾਈਡ ਕਰ ਲਿਆ ਹੋਵੇ, ਜਾਂ the case relates to a death of a woman within 7 years of her marriage in any circumstances raising reasonable suspicion that some other person committed an offence in relation to such woman, ਠੀਕ ਹੈ। ਇੱਦਾਂ ਦਾ ਕੋਈ ਕੇਸ ਹੋਵੇ 7 ਸਾਲ ਦੇ ਅੰਦਰ ਕਿਸੇ ਲੜਕੀ ਦੀ, ਕਿਸੇ ਲੇਡੀ ਦੀ ਡੈਥ ਹੋ ਗਈ ਹੋਵੇ, ਜਿਸ ਤੋਂ ਪਤਾ ਲੱਗਿਆ ਵੀ ਕਿਸੇ ਨੇ ਜਾਂ ਤਾਂ ਇਹਨੂੰ ਮਾਰ ਦਿੱਤਾ ਜਾਂ ਇਹਨੇ ਸੁਸਾਈਡ ਕੀਤਾ ਹੈਗਾ, ਤਾਂ ਕੇਸ ਰਿਲੇਟਸ ਟੂ ਅ ਡੈਥ ਆਫ ਅ ਵੂਮੈਨ, ਕਿਸੇ ਵੂਮੈਨ ਦੀ ਡੈਥ ਦਾ ਕੇਸ ਹੋਵੇ ਵਿਦਿਨ 7 years, ਇਹ ਵੀ 7 year ਦੀ ਗੱਲ ਹੈਗੀ ਹੈ, ਮੈਰਿਜ ਦੇ ਦੌਰਾਨ, ਮੈਰਿਜ ਤੋਂ ਪਹਿਲਾਂ 7 ਸਾਲ ਦੇ ਅੰਦਰ ਐਨੀ ਰਿਲੇਟਿਵ ਆਫ ਦਾ ਵੂਮੈਨ ਹੈਜ਼ ਮੇਡ ਏ ਰਿਕੁਐਸਟ ਇਨ ਹਿਸ, ਕਿਸੇ ਉਹਦੇ ਰਿਲੇਟਿਵ ਨੇ ਆ ਕੇ ਰਿਕੁਐਸਟ ਕੀਤੀ ਹੋਵੇ, there is any doubt regarding the cause of death, ਕੋਈ ਡਾਊਟ ਹੈ ਵੀ ਜਿਹੜਾ ਡੈਥ ਹੋਣ ਦਾ ਕੋਈ ਕਾਰਨ ਹੈਗਾ, ਡਾਊਟ ਹੈ, ਉਹਦੇ ਸ਼ੱਕ ਪੈਂਦਾ ਹੈਗਾ ਵੀ ਇਹ ਨੈਚੁਰਲ ਡੈਥ ਹੈ ਜਾਂ ਐਕਸੀਡੈਂਟ ਕੇਸ ਹੈ ਜਾਂ ਸੁਸਾਈਡ ਕੀਤਾ ਗਿਆ, ਤਾਂ ਪੁਲਿਸ ਆਫੀਸਰ ਫਾਰ ਐਨੀ ਰੀਜ਼ਨ ਕੰਸੀਡਰਸ ਹੀ ਸ਼ੈਲ ਫਾਰਵਰਡ ਦਾ ਬੋਡੀ ਵਿਦ ਏ ਵਿਊ, ਤਾਂ ਜਿਹੜੀ ਉਹਦੀ ਬੋਡੀ ਹੋਏਗੀ ਪੁਲਿਸ ਆਫੀਸਰ ਵੱਲੋਂ ਉਹ ਨੇੜੇ ਦੇ ਜਿਹੜਾ ਸੀਐਮ ਆਫਿਸ ਹੋਗਾ, ਨੀਅਰੈਸਟ ਜਿਹੜਾ ਸਿਵਲ ਸਰਜਨ ਦਾ ਦਫ਼ਤਰ ਹੋਗਾ ਫਾਰ ਦਾ ਐਗਜ਼ਾਮੀਨੇਸ਼ਨ, ਉੱਥੇ ਭੇਜੀ ਜਾਂਦੀ ਹੈ। ਤੇ ਨਾਲ ਹੀ ਫਿਰ ਕੀ ਹੈ, ਜਿਹੜਾ ਮੈਜਿਸਟ੍ਰੇਟ ਹੁੰਦਾ ਜਿਹਦੀ ਡਿਊਟੀ ਲੱਗਦੀ ਹੈ ਡਿਪਟੀ ਕਮਿਸ਼ਨਰ ਵੱਲੋਂ, ਉਹਦੇ ਵੱਲੋਂ ਜਿਹੜੀ ਹੈਗੀ ਇਨਕੁਐਸਟ ਰਿਪੋਰਟ ਬਣਾਈ ਜਾਂਦੀ ਹੈ। ਸਬਸੈਕਸ਼ਨ 4 ਦੇ ਤਹਿਤ ਦਾ ਫੋਲੋਇੰਗ ਮੈਜਿਸਟ੍ਰੇਟਸ ਆਰ ਇੰਪਾਵਰਡ ਟੂ ਹੋਲਡ ਇਨਕੁਐਸਟ, ਨੇਮਲੀ ਐਨੀ ਡਿਸਟ੍ਰਿਕਟ ਮੈਜਿਸਟ੍ਰੇਟ, ਸਬ ਡਿਵੀਜ਼ਨ ਮੈਜਿਸਟ੍ਰੇਟ ਔਰ ਦਾ ਐਗਜ਼ੈਕਟਿਵ ਮੈਜਿਸਟ੍ਰੇਟ, ਸਪੈਸ਼ਲੀ ਇੰਪਾਵਰਡ ਇਨ ਦਿਸ ਬਿਹਾਫ। ਡੀਸੀ ਵੱਲੋਂ ਡਿਊਟੀ ਲਗਾਈ ਜਾਂਦੀ ਹੈ ਕਿਸੇ ਐਸਟੀਐਮ ਦੀ ਜਾਂ ਕਿਸੇ ਤਹਿਸੀਲਦਾਰ ਵਗੈਰਾ ਦੀ, ਜਿਹੜੀ ਮੌਕੇ ਤੇ ਜਾ ਕੇ ਤਹਿਕੀਕਾਤ ਕੀਤੀ ਜਾਂਦੀ ਹੈ ਵੀ ਰੀਜ਼ਨ ਦਾ ਇਹਦਾ ਡੈਥ ਦਾ ਕੀ ਕਾਰਨ ਹੈਗਾ, ਜਨਰਲ ਰਿਪੋਰਟ ਬਣਾਈ ਜਾਂਦੀ ਹੈ। ਸੈਕਸ਼ਨ 175 'ਚ ਕੀ ਕਿਹਾ, ਪਾਵਰ ਟੂ ਸਮਨ ਦਾ ਪਰਸਨਸ, ਇਹ ਪੁਲਿਸ ਆਫੀਸਰ
ਪ੍ਰੋਸੀਡਿੰਗ ਅੰਡਰ ਸੈਕਸ਼ਨ 174 ਦੇ ਵਿੱਚ ਜੇ ਕੋਈ ਇਦਾਂ ਦੀ ਕੋਈ ਕੇਸ ਹੈਗਾ ਜਿਹਦੇ ਵਿੱਚ ਜੇ ਪੁਲਿਸ ਆਫੀਸਰ ਨੂੰ ਜ਼ਰੂਰਤ ਪੈਂਦੀ ਹੈ ਤਾਂ ਉਹ ਸਮਨ ਭੇਜ ਕੇ ਕਿਸੇ ਵਿਅਕਤੀ ਨੂੰ ਲੋੜਵੰਦ ਨੂੰ ਬੁਲਾਇਆ ਜਾ ਸਕਦਾ ਹੈਗਾ। ਇਨਕੁਆਇਰੀ ਬਾਈ ਦਾ ਮੈਜਿਸਟ੍ਰੇਟ into a cause of death, ਮੌਤ ਦੇ ਕਾਰਨਾਂ ਦੇ ਸੰਬੰਧੀ ਜਿਹੜੀ ਹੈਗੀ ਹੈ 176 ਦੇ ਤਹਿਤ ਮੈਜਿਸਟ੍ਰੇਟ ਵੱਲੋਂ ਇਨਕੁਆਇਰੀ ਕੀਤੀ ਜਾਂਦੀ ਹੈ। when any person dies while in the custody of the police, ਪੁਲਿਸ ਦੀ ਕਸਟਡੀ ਦੇ ਦੌਰਾਨ ਕਿਸੇ ਵਿਅਕਤੀ ਦੀ ਡੈਥ ਹੋ ਜਾਂਦੀ ਹੈ, ਠੀਕ ਹੈ, ਔਰ when the case is nature referred to class 1 class 2 ਔਰ subsequent 174 ਜਿਹੜਾ ਆਪਾਂ ਉੱਪਰ ਪੜ੍ਹ ਕੇ ਗਏ ਹਾਂ, ਠੀਕ ਹੈ ਜੀ, ਤਾਂ ਨੀਅਰੈਸਟ ਮੈਜਿਸਟ੍ਰੇਟ empowered to hold the inquest shall, ਤਾਂ ਨੀਅਰੈਸਟ ਜਿਹੜਾ ਮੈਜਿਸਟ੍ਰੇਟ ਹੋਏਗਾ ਮੇ ਬੀ ਐਸਡੀਐਮ ਮੇ ਬੀ ਤਹਿਸੀਲਦਾਰ ਡਿਊਟੀ ਲਗਾਈ ਜਾਵੇ ਐਸਡੀਐਮ ਵੱਲੋਂ ਜਾਂ ਡੀਸੀ ਵੱਲੋਂ, ਮੇ ਹੋਲਡ ਐਨ ਇਨਕੁਆਇਰੀ, ਤਾਂ ਉਸ ਦੇ ਵੱਲੋਂ ਇਨਕੁਆਇਰੀ ਕੀਤੀ ਜਾਂਦੀ ਹੈ। ਤਾਂ ਕੇਸ ਦਾ ਕਾਜ਼ ਆਫ ਡੈਥ, ਮੌਤ ਦਾ ਕੀ ਕਾਰਨ ਹੈ, ਜਿਹੜੀ ਪੁਲਿਸ ਕਸਟਡੀ ਦੇ ਦੌਰਾਨ ਕਿਸੇ ਜੇਲ੍ਹ ਦੇ ਵਿੱਚ, ਠੀਕ ਹੈ, ਕਿਸੇ ਵਿਅਕਤੀ ਦੀ ਡੈਥ ਹੋ ਜਾਂਦੀ ਹੈ ਤਾਂ ਉਹਦੀ ਇਨਕੁਆਇਰੀ ਮੈਜਿਸਟ੍ਰੇਟ ਵੱਲੋਂ ਕੀਤੀ ਜਾਂਦੀ ਹੈ। ਔਰ ਇਨ ਐਡੀਸ਼ਨ ਟੂ ਦਾ ਇਨਵੈਸਟੀਗੇਸ਼ਨ ਉਹ ਜਿਹੜੀ ਹੈਗੀ ਹੈ ਆਪਦੇ ਪੱਧਰ ਤੇ ਫਿਰ ਇਨਕੁਆਇਰੀ ਕਰਦਾ ਹੈ। ਤਾਂ ਜੇ ਪੁਲਿਸ ਦੇ ਕੋਲੇ ਕੋਈ ਇਨਵੈਸਟੀਗੇਸ਼ਨ ਦੀ ਰਿਪੋਰਟ ਹੈਗੀ ਆ ਉਹਨੂੰ ਵੀ ਦੇਖਿਆ ਜਾ ਸਕਦਾ ਹੈ। ਤਾਂ the magistrate holding such an inquiry shall record the evidence taken by him in connection, ਜਿਹਦੀ ਇਹ ਡੈਥ ਦੇ ਸੰਬੰਧ ਵਿੱਚ ਕੀ ਕਾਰਨ ਹੈ, ਉਹਨੂੰ ਲੱਗਦਾ ਹੈਗਾ ਕਿ ਮੌਤ ਕਿਵੇਂ ਹੋਈ ਹੈ, ਨੈਚੁਰਲ ਡੈਥ ਹੋਈ ਹੈ, ਕੋਈ ਕਿਸ ਤਰੀਕੇ ਨਾਲ ਹੋਈ ਹੈ, ਜੋ ਉਸ ਨੂੰ ਲੱਗਦਾ ਹੈਗਾ ਜਿਹੜੀ ਉਹਦੀ ਰਿਪੋਰਟ ਹੈਗੀ ਆ ਉਹ ਇਨਵੈਸਟੀਗੇਸ਼ਨ ਦੀ ਜਿਹੜੀ ਐਵੀਡੈਂਸ ਲੈ ਕੇ ਆਪਦੇ ਪੱਧਰ ਤੇ ਰਿਪੋਰਟ ਕੀਤੀ ਜਾਂਦੀ ਹੈ। ਸਬਸੈਕਸ਼ਨ 3 ਦੇ ਵਿੱਚ ਕੀ ਕਿਹਾ ਗਿਆ ਵੀ ਜੇ ਕੋਈ whenever the such magistrate considers it expedient, ਜੇ ਕਿਸੇ ਵਿਅਕਤੀ ਨੂੰ ਮਤਲਬ ਕਿ ਧਰਤੀ ਵਿੱਚ ਦਬਾ ਦਿੱਤਾ ਗਿਆ ਹੋਵੇ, ਡੈਡ ਬੋਡੀ ਨੂੰ ਦਬਾ ਦਿੱਤਾ ਗਿਆ ਹੋਵੇ, any person who has been already inferred in order to discover the cause of the death, ਧਰਤੀ 'ਚ ਦਬਾ ਦਿੱਤਾ ਗਿਆ ਹੋਵੇ, ਉਸ ਦੀ ਬੋਡੀ ਨੂੰ ਕਢਵਾ ਕੇ ਵੀ ਦੇਖਿਆ ਜਾ ਸਕਦਾ ਹੈਗਾ ਕਿ ਇਹਦੇ ਤੇ ਕੀ ਜ਼ਖਮ ਕੀਤੇ ਗਏ, ਕਿੱਥੇ ਸੱਟ ਮਾਰੀ ਗਈ ਹੈ, ਠੀਕ ਹੈ, ਤੇ ਇਹ ਮੈਜਿਸਟ੍ਰੇਟ ਕੋਲੇ ਪਾਵਰ ਹੈਗੀ ਹੈ ਸਬਸੈਕਸ਼ਨ 3 ਦੇ ਵਿੱਚ। ਜੇ ਬੋਡੀ ਦਬਾ ਦਿੱਤੀ ਗਈ ਕਿਸੇ ਵੀ ਕਾਰਨ ਦੇ ਨਾਲ ਤਾਂ ਉਹਨੂੰ ਕਢਵਾ ਕੇ ਵੀ ਦੇਖਿਆ ਜਾ ਸਕਦਾ ਹੈ ਬੋਡੀ ਨੂੰ। Subsequent charge ਕਿਹਾ ਗਿਆ when an inquiry is to be held under this section, the magistrate shall whenever practicable inform the relatives of the deceased, ਤਾਂ ਜਿਹੜੇ ਕੋਈ ਜਿਸ ਵਿਅਕਤੀ ਦੀ ਡੈਥ ਹੋਈ ਹੈ ਉਹਦੇ ਰਿਸ਼ਤੇਦਾਰਾਂ ਨੂੰ ਇਨਫੋਰਮ ਕਰਕੇ ਉਹਨਾਂ ਨੂੰ ਇਨਵੈਸਟੀਗੇਸ਼ਨ ਦਾ ਜਿਹੜਾ ਪਾਰਟ ਹੈਗਾ ਉਹ ਬਣਾਉਣ ਲਈ ਵੀ ਕਿਹਾ ਜਾ ਸਕਦਾ ਹੈ। Next is chapter 13, jurisdiction of the criminal courts in the inquiries and trials. ਇਨਕੁਆਇਰੀ ਤੇ ਟ੍ਰਾਇਲ ਕੀਤੇ ਜਾਂਦੇ ਨੇ ਕੋਰਟ ਵੱਲੋਂ, ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਪੁਲਿਸ ਵੱਲੋਂ। ਦੇਖੋ ਸਿੰਪਲ ਜੀ ਗੱਲ ਹੈਗੀ ਹੈ, ਇਸ ਨੂੰ ਧਿਆਨ 'ਚ ਰੱਖਣਾ ਹੈਗਾ। ਇਨਕੁਆਇਰੀ ਤੇ ਟ੍ਰਾਇਲ ਇੱਕ ਤਰ੍ਹਾਂ ਦਾ ਕੋਰਟ ਵੱਲੋਂ ਜਿਹੜੀ ਪੁਲਿਸ ਕਰਦੀ ਹੈ ਉਹ ਹੁੰਦੀ ਹੈ ਇਨਵੈਸਟੀਗੇਸ਼ਨ, ਠੀਕ ਹੈ। ਜੁਰਿਸਡਿਕਸ਼ਨ ਕਿਹਾ ਗਿਆ ਵੀ ਕ੍ਰਿਮੀਨਲ ਕੋਰਟ ਦੀ ਕੀ ਅਧਿਕਾਰ ਖੇਤਰ ਹੈਗਾ ਇਨਕੁਆਇਰੀ ਕਰਨਾ ਤੇ ਟ੍ਰਾਇਲ ਕਰਨਾ, ਕਿਹੜੀ ਕੋਰਟ ਜਿਹੜੀ ਇਨਕੁਆਇਰੀ ਕਰ ਸਕਦੀ ਹੈ, ਟ੍ਰਾਇਲ ਕਰ ਸਕਦੀ ਹੈਗੀ ਹੈ। ਆਮ ਤੌਰ ਤੇ ਜਨਰਲ ਇਹ ਹੈ ਵੀ ਜਿਸ ਕੋਰਟ ਦੇ ਅਧਿਕਾਰ ਖੇਤਰ ਦੇ ਵਿੱਚ ਕੋਈ ਅਫੈਂਸ ਕਮਿਟ ਕੀਤਾ ਜਾਂਦਾ ਹੈ, ਅਫੈਂਸ ਕਮਿਟ ਹੋਇਆ ਹੁੰਦਾ ਹੈ, ਠੀਕ ਹੈ, ਉਹੀ ਕੋਰਟ ਦਾ ਜਿਹੜੀ ਜੁਰਿਸਡਿਕਸ਼ਨ ਹੁੰਦੀ ਹੈ ਉਹੀ ਕੋਰਟ ਕੇਸ ਦੀ ਜਿਹੜੀ ਇਨਕੁਆਇਰੀ ਕਰ ਸਕਦੀ ਹੈ, ਟ੍ਰਾਇਲ ਕਰ ਸਕਦੀ ਹੈ। ਆਰਡੀਨਰੀ ਪਲੇਸ ਆਫ ਇਨਕੁਆਇਰੀ ਐਂਡ ਟ੍ਰਾਇਲ, ਆਰਡੀਨਰੀ ਪਲੇਸ ਕਿਹੜਾ ਹੁੰਦਾ ਹੈ ਜਿੱਥੇ ਲੋਕਲ ਜੁਰਿਸਡਿਕਸ਼ਨ ਜਿਹੜੀ ਕੋਰਟ ਦੀ ਹੁੰਦੀ ਹੈ, ਜਿਹੜੇ ਪਿੰਡ ਕਿਸੇ ਕੋਰਟ ਦੇ ਵਿੱਚ ਅੰਡਰ ਆਉਂਦੇ ਆ ਉਹਨਾਂ ਪਿੰਡਾਂ ਦੀ ਜਿਹੜੀ ਹੈਗੀ ਹੈ ਜਿਹੜਾ ਕੇਸ ਹੈਗਾ ਉਸ ਕੋਰਟ ਚੱਲਦਾ ਹੈਗਾ। Then section 178 'ਚ ਕਿਹਾ ਗਿਆ place of inquiry or trial when it is uncertain, ਜਿੱਥੇ uncertain ਦੀ ਗੱਲ ਹੋਵੇ, in which of the several local, ਦੋ ਤਿੰਨ ਕੋਰਟਾਂ ਦਾ ਏਰੀਆ ਪੈਂਦਾ, ਦੋ ਕੋਰਟ ਇਹਦਾ ਪੈਂਦਾ ਜਾਂ ਉਹਦਾ ਪੈਂਦਾ, ਅਨਸਰਟਨ ਹੋਵੇ ਜਾਂ ਪਾਰਟਲੀ ਕਿਸੇ ਹੋਰ 'ਚ ਪੈਂਦਾ, ਪਾਰਟੀ ਕਿਸੇ ਹੋਰ 'ਚ ਪੈਂਦਾ, ਠੀਕ ਹੈ, ਤਾਂ it may be inquired into or tried by a court having jurisdiction over any of such local area, ਉਹਦਾ ਕੋਈ ਵੀ ਪਾਰਟ ਕਿਸੇ ਕੋਰਟ 'ਚ ਪੈਂਦਾ ਹੋਵੇ ਤਾਂ ਇੱਕ ਕੋਰਟ ਵੱਲੋਂ ਵੀ ਜਿਹੜੀ ਹੈਗੀ ਹੈ ਟ੍ਰਾਇਲ ਚਲਾਇਆ ਜਾ ਸਕਦਾ ਹੈਗਾ। ਫਿਰ ਹੈਗਾ ਸੈਕਸ਼ਨ 181 'ਚ ਕਿਹਾ ਪਲੇਸ ਆਫ ਟ੍ਰਾਇਲ ਇਨ ਕੇਸ ਆਫ ਸਰਟਨ ਆਫੈਂਸਸ, ਕੁਝ ਜਿਹੜੇ ਆਫੈਂਸਸ ਹੈਗੇ ਆ ਉਹਨਾਂ ਦੇ ਸੰਬੰਧ 'ਚ ਜਿਵੇਂ ਕਿ ਠੱਗ ਦੀ ਗੱਲ ਕੀਤੀ ਗਈ ਹੈ, ਡਕੈਤੀ, ਮਰਡਰ, ਠੀਕ ਹੈ, ਡਕੈਤੀ ਵਿਦ ਮਰਡਰ ਬਿਲੋਂਗਿੰਗ ਟੂ ਦਾ ਗੈਂਗ ਆਫ ਦਾ ਡਕੈਸ। ਦੇਖੋ ਜਿਵੇਂ ਮਰਡਰ ਕਿਤੇ ਹੋਇਆ ਜਾ ਕੇ ਸਮਾਨ ਕਿਤੇ ਲੱਭਿਆ, ਇਹਦਾ ਤਾਂ ਮਤਲਬ ਇਹੀ ਹੈਗਾ ਵੀ ਕਿਡਨੈਪਿੰਗ ਕਿੱਥੋਂ ਹੋਈ, ਜਿਹਨੂੰ ਕਿਡਨੈਪ ਕੀਤਾ ਗਿਆ ਉਹ ਜਾ ਕੇ ਮਿਲਿਆ ਕਿਤੇ ਹੋਰ, ਚੋਰੀ ਕੀਤੀ, ਸਮਾਨ ਚੋਰੀ ਕੀਤਾ ਗਿਆ, ਜਿੱਥੋਂ ਸਮਾਨ ਚੋਰੀ ਹੋਇਆ ਜਾ ਕੇ ਚੋਰੀ ਕੀਤਾ ਗਿਆ ਸਮਾਨ ਜਾ ਕੇ ਕਿਸੇ ਹੋਰ ਕੋਰਟ ਦੇ ਅਧਿਕਾਰ ਖੇਤਰ 'ਚ ਚਲਾ ਗਿਆ, ਕਿਸੇ ਹੋਰ ਪਿੰਡ 'ਚ ਲੈ ਕੇ ਚਲੇ ਗਏ।
ਇਸ ਸੈਕਸ਼ਨ ਤੋਂ ਮਤਲਬ ਇਹ ਹੈਗਾ ਵੀ ਜਿਹੜਾ ਕੇਸ ਹੈਗਾ ਟ੍ਰਾਇਲ ਹੈਗਾ ਉਹ ਟ੍ਰਾਇਲ ਜਿੱਥੇ offense ਕਮਿਟ ਹੋਇਆ ਉਸ ਕੋਰਟ 'ਚ ਵੀ ਚੱਲ ਸਕਦਾ ਹੈ, ਜਾਂ ਜਿੱਥੇ ਜਾ ਕੇ ਜਿਹੜਾ ਸਨਮਾਨ ਹੈਗਾ ਜਾਂ ਵਿਅਕਤੀ ਹੈਗਾ ਜਾਂ ਅਬਡਕਸ਼ਨ ਕਿਸੇ ਦੀ ਹੋਈ ਹੈ, ਕਿਡਨੈਪਿੰਗ ਕਿਸੇ ਦੀ ਹੋਈ ਹੈ, ਉਹ ਵਿਅਕਤੀ ਜਿੱਥੋਂ ਜਾ ਕੇ ਮਿਲਿਆ ਹੈਗਾ ਉਸ ਕੋਰਟ ਦੇ ਵਿੱਚ ਵੀ ਟ੍ਰਾਇਲ ਚਲਾਇਆ ਜਾ ਸਕਦਾ ਹੈ। ਜਿੱਥੋਂ ਚੋਰੀ ਕੀਤਾ ਸਮਾਨ ਮਿਲਿਆ ਹੈ, ਉਸ ਕੋਰਟ 'ਚ ਵੀ ਕੇਸ ਚਲਾਇਆ ਜਾ ਸਕਦਾ, ਜਿੱਥੋਂ ਚੋਰੀ ਹੋਈ ਹੈ ਉੱਥੇ ਵੀ ਕੇਸ ਚਲਾਇਆ ਜਾ ਸਕਦਾ ਹੈ। Place of trial for offences triable together. The offences may be inquired into or tried by any court competent to inquiry into or try any of the offences. The offences may be inquired into or tried by any court competent to inquiry into. ਜਿੱਥੇ 2 ਜਾਂ 3 ਬੰਦੇ ਰਲ ਕੇ ਇੱਕ offense commit ਕਰਦੇ ਹੈਗੇ ਆ, ਠੀਕ ਹੈ, ਤਾਂ ਉੱਥੇ ਕਹਿੰਦਾ ਵੀ ਕਿਹੜੀ ਵੀ ਕੋਰਟ ਜਿਸ ਦੇ ਅਧਿਕਾਰ ਖੇਤਰ 'ਚ ਪੈਂਦਾ ਹੈਗਾ ਉਸ ਕੇਸ ਵਿੱਚ ਇਕੱਠੇ ਤੌਰ ਤੇ ਵੀ ਜਿਹੜਾ ਟ੍ਰਾਇਲ ਹੈ ਚਲਾਇਆ ਜਾ ਸਕਦਾ ਹੈ। Power to order cases to be tried in different session divisions. ये दो different session divisions ਹੈਗੀਆਂ ਨੇ। Power to order cases to be tried in different session divisions. The state government may direct that any cases or classes of the cases committed for trial in any district may be tried in any session division. ਕਿਸੇ ਹੋਰ session division 'ਚ ਵੀ ਕੇਸ ਨੂੰ ਭੇਜਿਆ ਜਾ ਸਕਦਾ ਹੈ ਗਵਰਨਮੈਂਟ ਵੱਲੋਂ। High Court to decide in case of doubt. ਜਿੱਥੇ ਕਿਤੇ ਕੇਸ ਹੈ ਡਾਊਟ ਹੈਗਾ ਵੀ ਕਿਹੜੀ ਕੋਰਟ 'ਚ ਕਿਹੜੇ ਡਿਸਟ੍ਰਿਕਟ 'ਚ ਇਹ ਕੇਸ ਚੱਲੇਗਾ ਜਾਂ ਇਨਕੁਆਰੀ ਜਾਂ ਟ੍ਰਾਇਲ ਕਿਹੜੇ ਡਿਸਟ੍ਰਿਕਟ ਚੱਲੇਗੀ, ਉੱਥੇ ਹਾਈ ਕੋਰਟ ਦਾ ਜਿਹੜਾ ਫੈਸਲਾ ਹੋਏਗਾ ਉਹ ਅੰਤਮ ਹੋਏਗਾ। ਜਿੱਥੇ ਹਾਈ ਕੋਰਟ ਆਰਡਰ ਕਰੀਏ ਉਸ ਸੈਸ਼ਨ ਡਿਵੀਜ਼ਨ 'ਚ ਜਿਹੜਾ ਹੈਗਾ ਡਿਸਟ੍ਰਿਕਟ ਦੇ ਵਿੱਚ ਕੇਸ ਚੱਲੇਗਾ। ਪਾਵਰ ਟੂ ਇਸ਼ੂ ਸਮਨਸ ਔਰ ਵਾਰੰਟਸ ਫॉर द offences committed beyond local jurisdiction. ਜਿਸ ਕੋਰਟ ਦੇ ਅਧਿਕਾਰ ਖੇਤਰ ਦੇ ਵਿੱਚ ਕੋਈ offense commit ਹੋਇਆ ਤੇ ਵਿਅਕਤੀ ਜਿਹੜੇ ਕਿਤੇ ਉਸ ਕੋਰਟ ਦੇ ਅਧਿਕਾਰ ਖੇਤਰ ਤੋਂ ਬਾਹਰ ਰਹਿੰਦੇ ਹੈਗੇ ਆ, ਉਹਨਾਂ ਕੋਲੇ ਕੋਰਟ ਕੋਲੇ ਅਧਿਕਾਰ ਹੈਗਾ ਵੀ ਉਹਨਾਂ ਵਿਅਕਤੀਆਂ ਨੂੰ ਜਿਹੜਾ ਸਮਨ ਹੈਗਾ ਵਾਰੰਟ ਭੇਜ ਕੇ ਬੁਲਾਇਆ ਜਾ ਸਕਦਾ ਹੈ। Next है chapter 14, conditions requisite for initiation of the proceedings. Section 190 ਹੈਗਾ cognizance of the offences by the magistrate. ਮੈਜਿਸਟ੍ਰੇਟ ਵੱਲੋਂ ਕਦੋਂ cognizance ਲਿਆ ਜਾਂਦਾ ਕਿਸੇ ਕੇਸ ਦੇ ਵਿੱਚ? Subject to the provisions of section this chapter, any magistrate of the first class or any magistrate of the second class specially empowered in this behalf may take cognizance of the offence. ਕਦੋਂ ਮੈਜਿਸਟ੍ਰੇਟ ਵੱਲੋਂ cognizance ਲਿਆ ਜਾਏਗਾ? Upon the receiving of the complaint, ਜਦੋਂ ਕੋਈ ਵਿਅਕਤੀ ਜਾ ਕੇ ਕੰਪਲੇਂਟ ਕਰੇ ਜਾਂ ਪੁਲਿਸ ਰਿਪੋਰਟ ਕਰੇ। ਕੋਈ ਵਿਅਕਤੀ ਜਦੋਂ ਜਾ ਕੇ ਕਿਸੇ ਕੋਰਟ ਦੇ ਵਿੱਚ ਕਿਸੇ ਡਾਇਰੈਕਟਲੀ ਤੌਰ ਤੇ ਕੰਪਲੇਂਟ ਕਰਦਾ ਹੈ, ਠੀਕ ਹੈ, ਮੈਜਿਸਟ੍ਰੇਟ ਜੇ ਫਸਟ ਕਲਾਸ ਹੈ ਜੇ ਸੈਕੰਡ ਕਲਾਸ ਹੈ, ਡਾਇਰੈਕਟਲੀ ਜਾ ਕੇ ਕੋਈ ਵਿਅਕਤੀ ਕੰਪਲੇਂਟ ਕਰਦਾ ਹੈ, ਠੀਕ ਹੈ, ਤਾਂ ਕੋਰਟ ਜਿਹੜੀ ਹੈਗੀ ਇਨੀਸ਼ੀਏਟ ਲੈ ਸਕਦੀ ਹੈ ਕੇਸ ਦੇ ਵਿੱਚ, ਟ੍ਰਾਇਲ ਚਲਾ ਸਕਦੀ ਹੈ ਜਾਂ ਇਨਕੁਆਇਰੀ ਕਰ ਸਕਦੀ ਹੈ ਪਹਿਲਾਂ, ਜਾਂ ਫਿਰ ਪੁਲਿਸ ਰਿਪੋਰਟ ਕਰਦੀ ਹੈ, ਜਾਂ ਅਪਾਨ ਦਾ ਇਨਫੋਰਮੇਸ਼ਨ ਰਿਸੀਵਡ ਫਰੋਮ ਐਨੀ ਪਰਸਨ, ਜਾਂ ਕਿਸੇ ਵਿਅਕਤੀ ਵੱਲੋਂ ਕੋਈ ਇਨਫੋਰਮੇਸ਼ਨ ਮਿਲਦੀ ਹੈ other than a police officer or upon his own knowledge that such offence has been committed. ਕੋਈ offence commit ਕੀਤਾ ਹੈ ਕਿਸੇ ਵਿਅਕਤੀ ਵੱਲੋਂ ਕਿਸੇ ਤਰ੍ਹਾਂ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਹੈਗੀ ਹੈ ਕੋਰਟ ਨੂੰ ਇਨਫੋਰਮੇਸ਼ਨ ਮਿਲ ਜਾਂਦੀ ਹੈ ਤਾਂ ਕੋਰਟ ਉਹਦਾ ਇਨੀਸ਼ੀਏਟ ਲੈ ਸਕਦੀ ਹੈ, ਉੱਥੇ ਉਸ ਕੇਸ ਦੇ ਵਿੱਚ ਇਨਕੁਆਇਰੀ ਕਰਾਈ ਜਾ ਸਕਦੀ ਹੈ ਜਾਂ ਟ੍ਰਾਇਲ ਚਲਾਇਆ ਜਾ ਸਕਦਾ ਹੈ। ਇਹ ਤਾਂ ਹੈਗੀ ਸੀ ਗੱਲ ਉੱਪਰਲੀ ਮੈਜਿਸਟ੍ਰੇਟ ਫਸਟ ਕਲਾਸ ਤੇ ਸੈਕੰਡ ਕਲਾਸ ਦੀ। ਦੈਨ ਆ ਗਿਆ ਸਬਸੈਕਸ਼ਨ 2 ਦੇ ਵਿੱਚ ਕੀ ਹੈ? CJM may empower any magistrate of the second class to the cognizance under subsection 1. ਜਿਹੜਾ CJM ਹੈਗਾ ਸੈਕੰਡ ਕਲਾਸ ਦੇ ਮੈਜਿਸਟ੍ਰੇਟ ਨੂੰ ਕਿਸੇ ਨੂੰ ਵੀ ਪਾਵਰ ਦੇ ਸਕਦਾ ਵੀ ਤੁਸੀਂ ਇਸ ਕੇਸ ਦੀ ਜਿਹੜੀ ਹੈਗੀ ਇਨਕੁਆਇਰੀ ਜਾਂ ਟਰਾਈ ਤੁਸੀਂ ਕਰੋ। 191 ਚ ਹੈ ਟ੍ਰਾਂਸਫਰ ਔਨ ਐਪਲੀਕੇਸ਼ਨ ਆਫ ਦਾ ਅਕਿਊਜ਼ਡ। ਜਦੋਂ ਕੋਈ ਅਕਿਊਜ਼ ਹੈਗਾ ਉਹਨੂੰ ਲੱਗਦਾ ਵੀ ਮੈਨੂੰ ਇਸ ਕੋਰਟ ਤੋਂ ਇਨਸਾਫ ਨਹੀਂ ਮਿਲ ਸਕਦਾ ਹੈਗਾ ਤਾਂ ਉਹ ਐਪਲੀਕੇਸ਼ਨ ਦੇ ਸਕਦਾ ਹੈ, ਠੀਕ ਹੈ, ਉਹਦੀ ਜਿਹੜੀ ਐਪਲੀਕੇਸ਼ਨ ਨੂੰ ਕੰਸੀਡਰ ਕਰਕੇ ਜੇ ਕੋਰਟ ਨੂੰ ਲੱਗਦਾ ਹੈ, ਹਾਇਰ ਕੋਰਟ ਨੂੰ ਲੱਗਦਾ ਹੈ ਤਾਂ ਉਹਦਾ ਜਿਹੜਾ ਕੇਸ ਹੈਗਾ ਟ੍ਰਾਂਸਫਰ ਕੀਤਾ ਜਾ ਸਕਦਾ। ਕੇਸ ਸ਼ੈਲ ਬੀ ਟ੍ਰਾਂਸਫਰਡ ਟੂ ਸੱਚ ਅਦਰ ਮੈਜਿਸਟ੍ਰੇਟ ਐਜ਼ ਮੇ ਬੀ ਸਪੈਸੀਫਾਈਡ ਬਾਈ ਦਾ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਇਨ ਦਿਸ ਬਿਹਾਫ। ਜੇ ਲੱਗਦਾ ਵੀ ਐਪਲੀਕੇਸ਼ਨ ਦੇ ਵਿੱਚ, ਠੀਕ ਹੈ, ਉਹਦੇ ਅਕਿਊਜ਼ ਦੀ ਰਿਕੁਐਸਟ ਦੇ ਬੇਸਿਸ ਤੇ ਜਿਹੜਾ ਹੈਗਾ ਕੇਸ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਮੇਕਿੰਗ ਓਵਰ ਦਾ ਕੇਸਸ ਟੂ ਦਾ ਮੈਜਿਸਟ੍ਰੇਟ
ਸੀਜੀਐਮ ਜਿਹੜਾ ਹੈਗਾ ਉਹ ਕਿਸੇ ਕੰਪੀਟੈਂਟ ਕੋਰਟ ਨੂੰ ਜਿਹੜੀ ਸਬੋਰਡੀਨੇਟ ਹੈਗੀ ਹੈ ਉਹਨੂੰ ਵੀ ਸੀਜੀਐਮ ਆਪਦੇ ਪੱਧਰ ਤੇ ਜਿਹੜਾ ਕੋਈ ਕੇਸ ਹੈਗਾ ਆਪਦੇ ਅਧੀਨ ਸਬੋਰਡੀਨੇਟ ਕੋਰਟ ਨੂੰ ਭੇਜਿਆ ਜਾ ਸਕਦਾ ਹੈ। ਇਸੇ ਤਰੀਕੇ ਜਿਹੜਾ ਮੈਜਿਸਟ੍ਰੇਟ ਫਸਟ ਕਲਾਸ ਹੈਗਾ ਉਹਦੇ ਕੋਲ ਕੋਈ ਕੇਸ ਹੁੰਦਾ ਹੈਗਾ, ਠੀਕ ਹੈ, ਜਿਹੜਾ ਸੀਜੀਐਮ ਵੱਲੋਂ ਭੇਜਿਆ ਜਾਂਦਾ ਹੈ ਤਾਂ ਉਹ ਮੈਜਿਸਟ੍ਰੇਟ ਸੈਕੰਡ ਕਲਾਸ ਨੂੰ ਵੀ ਜਿਹੜਾ ਆਰਡਰ ਦੇ ਮੁਤਾਬਕ ਭੇਜ ਸਕਦਾ ਹੈ ਕੇਸ ਨੂੰ। Cognizance of offences by the courts of session. No court of session shall take cognizance of any offence as a court of original jurisdiction unless the case has been committed to it by the magistrate under this code. ਇੱਥੇ ਕਿਹਾ ਗਿਆ ਵੀ ਜਿਹੜੀ ਸੈਸ਼ਨ ਕੋਰਟ ਹੈਗੀ ਆ ਡਾਇਰੈਕਟਰੀ ਤੌਰ ਤੇ original jurisdiction ਦੇ ਤੌਰ ਤੇ ਜਿਹੜਾ ਕੇਸ ਹੈਗਾ ਡਾਇਰੈਕਟਰੀ ਤੌਰ ਤੇ ਕੇਸ ਦੀ ਸੁਣਵਾਈ ਨਹੀਂ ਕਰੇਗੀ ਜਦੋਂ ਤੱਕ ਕਿਸੇ ਜਿਹੜੀ ਲੋਅਰ ਕੋਰਟ ਹੈਗੀ ਆ ਉਸਨੇ ਕੇਸ ਨੂੰ ਫੈਸਲਾ ਕਰਕੇ ਜਾਂ ਕੇਸ ਨੂੰ ਫਾਰਵਰਡ ਨਾ ਕੀਤਾ ਗਿਆ ਹੋਵੇ ਸੈਸ਼ਨ ਕੋਰਟ ਦੇ ਵਿੱਚ। ਯਾਨੀ ਕਿ ਕੇਸ ਦੀ ਜਿਹੜੀ ਪਹਿਲਾਂ ਪੈਰਵਾਈ ਚੱਲਦੀ ਹੈ ਲੋਅਰ ਕੋਰਟਾਂ ਚੱਲਦੀ ਹੈਗੀ ਆ, ਫਿਰ ਜਾ ਕੇ ਸੈਸ਼ਨ ਕੋਰਟ ਦੇ ਵਿੱਚ ਆਉਂਦਾ ਕੇਸ ਅੰਡਰ ਅਪੀਲ ਆਉਂਦਾ ਹੈਗਾ। ਇਸੇ ਤਰੀਕੇ 194 ਦੇ ਵਿੱਚ ਕਿਹਾ ਗਿਆ ਐਡੀਸ਼ਨਲ ਐਂਡ ਅਸਿਸਟੈਂਟ ਸੈਸ਼ਨ ਜੱਜ ਟੂ ਟਰਾਈ ਕੇਸਸ ਮੇਡ ਓਵਰ ਟੂ them। ਐਡੀਸ਼ਨਲ ਸੈਸ਼ਨ ਜੱਜ ਵੱਲੋਂ ਨੂੰ ਜਾਂ ਅਸਿਸਟੈਂਟ ਸੈਸ਼ਨ ਜੱਜ ਨੂੰ shall try such cases as the session judge of the division may by general or special order make over to him for the trial, or as the high court may by special order। ਜਾਂ ਹਾਈ ਕੋਰਟ ਨੇ ਕੋਈ ਸਪੈਸ਼ਲ ਆਰਡਰ ਕੀਤਾ ਹੋਵੇ ਜਾਂ ਸੈਸ਼ਨ ਜੱਜ ਨੇ ਕੋਈ ਕੇਸ ਜਿਹੜਾ ਹੈਗਾ ਐਡੀਸ਼ਨਲ ਸੈਸ਼ਨ ਜੱਜ ਨੂੰ ਜਾਂ ਅਸਿਸਟੈਂਟ ਸੈਸ਼ਨ ਜੱਜ ਨੂੰ ਭੇਜਿਆ ਗਿਆ ਹੋਵੇ ਉਹਦੇ ਆਰਡਰ ਤੱਕ ਉਸ ਕੇਸ ਦੀ ਜਿਹੜੀ ਟਰਾਈ ਕੀਤੀ ਜਾਂਦੀ ਹੈ। ਸੈਕਸ਼ਨ 195 ਹੈਗਾ ਪ੍ਰੋਸੀਕਿਊਸ਼ਨ for contempt of lawful authority of the public servants for the offences against public justice and for the offences relating to the documents given in evidence। ਇਹ ਕਿਹਾ ਗਿਆ ਵੀ no court shall take cognizance of any offence punishable under section 172 ਤੋਂ ਲੈ ਕੇ 188 ਤੱਕ or of the any abetment or attempt to commit the such offence of criminal conspiracy except on the complainant in writing of the public servant। ਜਦੋਂ ਤੱਕ ਉਸਨੂੰ except on the complaint in writing of the public servant concerned, ਜਦੋਂ ਤੱਕ public servant ਜਿਹੜਾ ਹੈਗਾ ਰਿਟਰਨ ਦੇ ਵਿੱਚ ਨਾ ਦੇਵੇ ਕੋਰਟ ਨੂੰ ਉਦੋਂ ਤੱਕ ਜਿਹੜੀ ਕੋਰਟ ਵੱਲੋਂ ਆਪਦੇ ਪੱਧਰ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। No action without the complainant. No action without the complaint. One 196 है prosecution of for the offences against the state and for a criminal conspiracy to commit such offence। ਪ੍ਰੀਵੀਅਸ ਸੈਂਕਸ਼ਨ ਲੈਣੀ ਪੈਂਦੀ ਹੈ ਜਦੋਂ ਸਟੇਟ ਗਵਰਨਮੈਂਟ ਦੇ ਕਿਸੇ ਵਿਅਕਤੀ ਦੇ ਖਿਲਾਫ ਐਨੀ offence punishable under chapter 6 ਤਾਂ ਐਕਸੈਪਟ ਵਿਦ ਦਾ ਪ੍ਰੀਵੀਅਸ ਸੈਂਕਸ਼ਨ ਆਫ ਦਾ ਸੈਂਟਰਲ ਗਵਰਨਮੈਂਟ ਆਫ ਦਾ ਸਟੇਟ ਗਵਰਨਮੈਂਟ। ਜਦੋਂ ਕਿਸੇ ਵੀ ਸਟੇਟ ਗਵਰਨਮੈਂਟ ਦੇ ਕਿਸੇ EMPLOYE ਦੇ ਖਿਲਾਫ ਜਾਂ ਸੈਂਟਰਲ ਗਵਰਨਮੈਂਟ ਦੇ ਕਿਸੇ EMPLOYE ਦੇ ਖਿਲਾਫ ਕੋਈ ਪ੍ਰੋਸੀਕਿਊਸ਼ਨ ਸਟਾਰਟ ਕਰਨੀ ਹੋਵੇ, ਠੀਕ ਹੈ, ਤਾਂ ਉਹਦੇ ਤੋਂ ਪਹਿਲਾਂ ਕੀ ਹੈਗਾ ਜਿਹੜਾ ਹੈਗਾ ਚਲਾਨ ਪੇਸ਼ ਕਰਨ ਤੋਂ ਪਹਿਲਾਂ ਸੈਂਟਰਲ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਕੰਸਰਨਡ ਅਥਾਰਟੀ ਤੋਂ ਜਿਹੜੀ ਹੈਗੀ ਹੈ ਪਰਮਿਸ਼ਨ ਸੈਂਕਸ਼ਨ ਲੈਣੀ ਪੈਂਦੀ ਹੈ ਤਦ ਜਿਹੜਾ ਚਲਾਨ ਪੇਸ਼ ਕੀਤਾ ਜਾ ਸਕਦਾ ਹੁੰਦਾ ਹੈ। ਵੀ ਸੇਮ ਹੈਗਾ ਪ੍ਰੋਸੀਕਿਊਸ਼ਨ ਆਫ ਦਾ ਜੱਜਸ ਐਂਡ ਦਾ ਪਬਲਿਕ ਸਰਵੈਂਟਸ। ਕਿਸੇ ਮੈਜਿਸਟ੍ਰੇਟ ਦੇ ਖਿਲਾਫ ਕੋਈ ਦਾਵਾ, ਕਿਸੇ ਮੈਜਿਸਟ੍ਰੇਟ ਦੀ ਕੋਈ ਪ੍ਰੋਸੀਕਿਊਸ਼ਨ ਕਰਨੀ ਹੋਵੇ ਜਾਂ ਪਬਲਿਕ ਸਰਵੈਂਟ ਦੀ ਕੋਈ ਪ੍ਰੋਸੀਕਿਊਸ਼ਨ ਕਰਨੀ ਹੋਵੇ, ਪ੍ਰੀਵੀਅਸ ਸੈਂਕਸ਼ਨ ਲੈਣ ਦੀ ਲੋੜ ਪੈਂਦੀ ਹੈ ਗਵਰਨਮੈਂਟ ਤੋਂ, ਕੰਸਰਨ ਗਵਰਨਮੈਂਟ ਤੋਂ। ਪ੍ਰੋਸੀਕਿਊਸ਼ਨ ਆਫ ਦਾ ਆਫੈਂਸਸ ਅਗੇਂਸਟ ਮੈਰਿਜ ਸੰਬੰਧੀ ਜਿਹੜੀ ਪ੍ਰੋਸੀਕਿਊਸ਼ਨ ਹੈ ਉਹ ਕਿਵੇਂ ਚੱਲਦੀ ਹੈ? ਮਤਲਬ ਕਹਿੰਦਾ ਇਹ ਹੈ ਵੀ ਪ੍ਰੋਸੀਕਿਊਸ਼ਨ ਜਿਹੜੀ ਮੈਰਿਜ ਸੰਬੰਧੀ ਕੋਈ ਕੇਸ ਹੁੰਦੇ ਹੈ ਉਹਦੀ ਕੰਪਲੇਂਟ ਤੋਂ ਬਗੈਰ ਆਪਣੇ ਪੱਧਰ ਤੇ ਕੋਈ ਇਨਕੁਆਇਰੀ ਨਹੀਂ ਕੀਤੀ ਜਾ ਸਕਦੀ ਪੁਲਿਸ ਵੱਲੋਂ, ਜਾਂ ਫਿਰ ਉਹਦਾ ਕੁਝ ਕਾਰਨ ਹੈਗੇ ਆ ਜਿਹਦੇ ਵਿੱਚ ਕੀਤੀ ਜਾ ਸਕਦੀ ਹੈ। ਜਾਂ ਤਾਂ ਏਜ ਜਿਹੜੀ ਹੈਗੀ ਹੈ ਘੱਟ ਹੋਵੇ, ਅੰਡਰ ਏਜ ਹੋਵੇ ਕੋਈ ਲੜਕੀ,
ਜਾਂ ਕੋਈ ਵਿਅਕਤੀ ਲੂਨੈਟਿਕ ਹੋਵੇ ਜਿਹੜਾ ਆਪਦੇ ਪੱਧਰ ਤੇ ਕੋਈ ਕੰਪਲੇਂਟ ਨਾ ਕਰ ਸਕਦਾ ਹੋਵੇ, ਅੰਡਰ ਏਜ ਹੈ ਉਹ ਵੀ ਨਾ ਕੰਪਲੇਂਟ ਨਾ ਕਰ ਸਕਦਾ ਹੋਵੇ ਆਪਦੇ ਪੱਧਰ ਤੇ, ਕੋਈ ਸਿੱਖ ਹੋਵੇ, ਕੋਈ ਵਿਅਕਤੀ ਬਿਮਾਰ ਹੋਵੇ ਤਾਂ ਦਾ ਜਿਹਨੂੰ ਪਤਾ ਹੀ ਨਹੀਂ ਹੈਗਾ ਵੀ ਮੈਂ ਕਿੱਥੇ ਕੰਪਲੇਂਟ ਕਰਨੀ ਹੈ ਕਿੱਥੇ ਨਹੀਂ ਕਰਨੀ ਹੈਗੀ, ਜਾਂ ਕੋਈ ਵੂਮਨ ਹੈ ਜਿਹੜੀ ਲੋਕਲ ਕਸਟਮ ਦੇ ਮੁਤਾਬਕ ਮਤਲਬ ਕਿ ਬਾਹਰ ਨਹੀਂ ਨਿਕਲ ਸਕਦੀ ਹੈਗੀ, ਠੀਕ ਹੈ, ਜਾਂ ਕੋਈ ਵਾਈਫ ਹੈ ਉਹਨੇ ਕੋਈ ਕੰਪਲੇਂਟ ਕਰਨੀ ਹੈ ਇੱਦਾਂ ਦੀ ਪਰ ਉਹ ਕੰਪਲੇਂਟ ਨਹੀਂ ਕਰ ਸਕਦੀ, ਉਹਦਾ ਜਿਹੜਾ ਹਸਬੈਂਡ ਹੈਗਾ ਉਹ ਬਾਹਰ ਕਿਤੇ ਫੌਜ ਦੇ ਵਿੱਚ ਮਤਲਬ ਕਿ ਭਰਤੀ ਹੈਗਾ, ਇੱਦਾਂ ਦੇ ਕੇਸ ਜਿਹੜੇ ਹੈਗੇ ਨੇ ਉੱਥੇ ਪੁਲਿਸ ਆਪਦੇ ਪੱਧਰ ਤੇ ਇਨਕੁਆਇਰੀ ਕਰ ਸਕਦੀ ਹੈ, ਮਤਲਬ ਕਿ ਅਦਰਵਾਈਜ਼ ਜਿਹੜੀ ਹੈਗਾ no court shall take cognizance of an offence punishable under chapter 20 ਅੰਡਰ ਚੈਪਟਰ 20 ਕੀ ਹੈ ਸੈਕਸ਼ਨ 493 ਤੋਂ ਲੈ ਕੇ 498 ਯਾਨੀ ਕਿ ਮੈਟਰੀਮੋਨੀਅਲ ਜਿਹੜੇ ਕੇਸਿਸ ਹੈਗੇ ਆ, ਠੀਕ ਹੈ, ਮੈਟਰੀਮੋਨੀਅਲ ਕੇਸਿਸ ਦੇ ਵਿੱਚ ਵਿਅਕਤੀ ਨੂੰ ਕਿਸੇ ਨੂੰ ਆਪਦੇ ਪੱਧਰ ਤੇ ਨਹੀਂ ਫਸਾਇਆ ਜਾ ਸਕਦਾ ਜਦ ਤੱਕ ਉਹਦੇ ਖਿਲਾਫ ਕੋਈ ਕੰਪਲੇਂਟ ਨਾ ਹੋਵੇ, ਆਪਣੇ ਪੱਧਰ ਤੇ ਕੋਈ ਕੁਆਰੀ ਮਤਲਬ ਕਿ ਪੁਲਿਸ ਇਦਾਂ ਦੀ ਕੋਈ ਉਹ ਨਹੀਂ ਮਤਲਬ ਕਿ ਟ੍ਰਾਇਲ ਨਹੀਂ ਚਲਾ ਸਕਦੀ ਜਾਂ ਇਨਕੁਆਇਰੀ ਨਹੀਂ ਕਰ ਸਕਦੀ ਜਾਂ ਇਨਵੈਸਟੀਗੇਸ਼ਨ ਨਹੀਂ ਕਰ ਸਕਦੀ ਜਦੋਂ ਤੱਕ ਕੋਈ ਕੰਪਲੇਂਟ ਨਾ ਦੇਵੇ ਪੁਲਿਸ ਨੂੰ, ਜਾਂ ਫਿਰ ਕੁਝ ਜਿਹੜੇ ਕੇਸਿਸ ਹੈਗੇ ਆ ਜਿੱਥੇ ਅੰਡਰ ਏਜ ਹੈਗਾ, ਕੋਈ ਲੂਨੈਟਿਕ ਹੈਗਾ, ਕੋਈ ਵੂਮਨ ਹੈਗੀ ਹੈ ਬਾਹਰ ਨਹੀਂ ਨਿਕਲ ਸਕਦੀ, ਕੋਈ ਜਿਹੜੀ ਲੇਡੀ ਹੈਗੀ ਹੈ, ਠੀਕ ਹੈ, ਉਹਦਾ ਹਸਬੈਂਡ ਬਾਹਰ ਹੈਗਾ, ਇਦਾਂ ਦੇ ਕੇਸਾਂ 'ਚ ਜਿਹੜੀ ਹੈਗੀ ਪੁਲਿਸ ਪੈਰਵਾਈ ਕਰ ਸਕਦੀ ਹੈ, ਅਦਰਵਾਈਜ਼ ਕੰਪਲੇਂਟ ਤੋਂ ਬਗੈਰ ਜਿਹੜੀ ਹੈਗੀ ਹੈ ਇਹ ਸੈਕਸ਼ਨ ਜਿਹੜੇ 493 ਤੋਂ ਲੈ ਕੇ 498 ਤੱਕ ਦੇ ਜਿਹੜੇ ਸੈਕਸ਼ਨਸ ਨੇ ਇਹਦੇ ਤਹਿਤ ਜਿਹੜੀ ਕੋਰਟ ਹੈਗੀ ਕੋਰਟ ਵੀ ਆਪਦੇ ਪੱਧਰ ਤੇ ਕੋਈ ਕਾਰਵਾਈ ਨਹੀਂ ਕਰ ਸਕਦੀ ਬਿਨਾਂ ਕੰਪਲੇਂਟ ਤੋਂ। ਫਿਰ ਅੱਗੇ ਜਾ ਕੇ ਲਿਖਿਆ ਵੀ no person other than the husband of the woman shall be deemed to be aggrieved, ਅਗਰੀਵਡ ਪਾਰਟੀ ਹੀ ਕੰਪਲੇਂਟ ਕਰ ਸਕਦੀ ਹੈ, ਅਗਰੀਵਡ ਪਾਰਟੀ ਕੌਣ ਹੋਏਗੀ, ਜੇ ਕਿਸੇ ਵਾਈਫ ਨੂੰ ਪ੍ਰੋਬਲਮ ਆਈ ਹੈ ਤਾਂ ਉਹਦਾ ਜਿਹੜਾ ਹਸਬੈਂਡ ਹੈ ਉਹ ਅਗਰੀਵਡ ਪਾਰਟੀ ਹੈ, ਪਨਿਸ਼ੇਬਲ ਅੰਡਰ ਸੈਕਸ਼ਨ 497 ਤੋਂ 498 ਜਿਹੜੇ ਹੈਗੇ ਤਾਂ ਅਗਰੀਵਡ ਪਾਰਟੀ ਕੌਣ ਹੈ, ਹਸਬੈਂਡ ਹੈਗਾ, ਪ੍ਰੋਵਾਈਡਡ ਦੈਟ ਇਨ ਦਾ ਐਬਸੈਂਸ ਆਫ ਦਾ ਹਸਬੈਂਡ, ਜੇ ਹਸਬੈਂਡ ਨਹੀਂ ਹੈਗਾ ਤਾਂ ਸਮ ਪਰਸਨਸ ਹੂ ਹੈਡ ਕੇਅਰ ਆਫ ਦਾ ਵੂਮਨ, ਜਿਹੜਾ ਕੋਈ ਵਿਅਕਤੀ ਉਹਦੀ ਵੂਮਨ ਦੀ ਕੇਅਰ ਕਰਦਾ ਸੀਗਾ ਹਸਬੈਂਡ ਦੀ ਗੈਰ ਹਾਜ਼ਰੀ ਦੇ ਵਿੱਚ, ਤਾਂ ਉਹ ਜਿਹੜਾ ਵਿਅਕਤੀ ਹੈਗਾ ਕੰਪਲੇਂਟ ਕਰ ਸਕਦਾ ਹੈ। ਨੈਕਸਟ ਹੈ ਸਬਸੈਕਸ਼ਨ 6 ਦੇ ਵਿੱਚ ਕਿਹਾ no court shall take cognizance of an offence ਅੰਡਰ ਸੈਕਸ਼ਨ 376, ਰੇਪ ਦੇ ਕੇਸ ਦੇ ਵਿੱਚ ਵੀ ਜਿਹੜੀ ਕੋਰਟ ਹੈਗੀ ਹੈ ਆਪਦੇ ਪੱਧਰ ਤੇ ਕੋਈ ਕੇਸ ਦੀ ਪੈਰਵਾਈ ਨਹੀਂ ਕਰ ਸਕਦੀ, ਰੇਪ ਦੇ ਕੇਸਿਸ ਦੇ ਵਿੱਚ no court shall take cognizance of an offence under section 376 of the Indian Penal Code where such offence consists of sexual intercourse by a man with his own wife, the wife being under 15 years of the age if more than 1 year has elapsed, ਜਿੱਥੇ ਸਾਲ ਤੋਂ ਵੱਧ ਸਮਾਂ ਬੀਤ ਚੁੱਕਿਆ, ਠੀਕ ਹੈ, ਉਸ ਤੋਂ ਬਾਅਦ ਜਿਹੜੀ ਪੈਰਵਾਈ ਨਹੀਂ ਕੀਤੀ ਜਾ ਸਕਦੀ, ਜਿੱਥੇ ਉਹਦੇ ਹਸਬੈਂਡ ਦੀ ਗੱਲ ਕੀਤੀ ਜਾਂਦੀ ਹੈ, ਜਿੱਥੇ ਜਿਹੜੀ ਵਾਈਫ ਹੈਗੀ ਹੈ 15 ਸਾਲ ਤੋਂ ਛੋਟੀ ਉਮਰ ਦੀ ਹੈਗੀ ਹੈ, ਜੇ 15 ਸਾਲ ਤੋਂ ਛੋਟੀ ਉਮਰ ਦੀ ਵਾਈਫ ਹੈਗੀ ਹੈ ਅਦਰਵਾਈਜ਼ ਤਾਂ ਪੁਲਿਸ ਆਪਦੇ ਪੱਧਰ ਤੇ ਕਾਰਵਾਈ ਕਰ ਸਕਦੀ ਹੈ, ਪਰ ਜੇ 1 ਸਾਲ ਦਾ ਸਮਾਂ ਬੀਤ ਗਿਆ ਫਿਰ ਨਹੀਂ ਕਾਰਵਾਈ ਕੀਤੀ ਜਾ ਸਕਦੀ ਪੁਲਿਸ ਵੱਲੋਂ। Section 190A prosecution of the offences under section 498A of the Indian Penal Code. No court shall take cognizance of an offence punishable under section 498A except upon a police report of the facts upon a complaint made by the person aggrieved. ਜਦੋਂ aggrieved person ਕੋਈ ਕੰਪਲੇਨ ਕਰਦਾ ਹੈ ਸੈਕਸ਼ੂਅਲ ਮੈਰਿਜ ਕੇਸ ਹੈਗਾ ਇਹ 498A ਮੇਰੇ ਖਿਆਲ ਜਦੋਂ ਕੋਈ ਵੂਮਨ ਸੁਸਾਈਡ ਵਗੈਰਾ ਕਰ ਲੈਂਦੀ ਹੈ 400 ਆਪਣਾ ਮੈਰਿਜ ਦੇ 7 ਸਾਲ ਦੇ ਅੰਦਰ, ਠੀਕ ਹੈ, ਪੁਲਿਸ ਆਪਦੇ ਪੱਧਰ ਤੇ ਕਾਰਵਾਈ ਨਹੀਂ ਕਰੇਗੀ ਐਕਸੈਪਟ ਅਪੋਨ ਏ ਪੁਲਿਸ ਰਿਪੋਰਟ, ਜਿਹੜੀ ਕੋਰਟ ਹੈ ਪੁਲਿਸ ਦੀ ਰਿਪੋਰਟ ਤੋਂ ਬਗੈਰ ਕਾਰਵਾਈ ਨਹੀਂ ਕਰੇਗੀ, ਪੁਲਿਸ ਨੂੰ ਰਿਪੋਰਟ ਕੌਣ ਕਰੇਗਾ, ਐਕਸੈਪਟ ਅਪੋਨ ਦ ਪੁਲਿਸ ਰਿਪੋਰਟ ਆਫ ਦਾ ਫੈਕਟਸ ਅਪੋਨ ਏ ਕੰਪਲੇਂਟ ਕੌਣ ਕਰੇਗਾ, ਕੰਪਲੇਂਟ ਮੇਡ ਬਾਈ ਦਾ ਪਰਸਨ ਅਗਰੀਵਡ, ਜਿਹੜਾ ਵੀ ਕੋਈ ਅਗਰੀਵਡ ਪਰਸਨ ਹੈਗਾ ਉਹਦੀ ਕੰਪਲੇਂਟ ਉਹਦੇ ਵੱਲੋਂ ਕੰਪਲੇਂਟ ਕੀਤੀ ਜਾਏਗੀ। ਅਗਰੀਵਡ ਪਰਸਨ ਕੌਣ ਹੋਏਗਾ, ਬਾਈ ਦਾ ਆਫੈਂਸ ਬਾਈ ਹਰ ਫਾਦਰ, ਉਹਦੀ ਮਦਰ ਕੰਪਲੇਂਟ ਕਰ ਸਕਦੀ ਹੈ, ਫਾਦਰ ਕੰਪਲੇਂਟ ਕਰ ਸਕਦਾ ਹੈਗਾ, ਠੀਕ ਹੈ, ਬ੍ਰਦਰ ਵੀ ਕੰਪਲੇਂਟ ਕਰ ਸਕਦਾ ਹੈ, ਸਿਸਟਰ ਵੀ ਕੰਪਲੇਂਟ ਕਰ ਸਕਦੀ ਹੈ, ਫਾਦਰ ਵੀ ਕੰਪਲੇਂਟ ਕਰ ਸਕਦਾ ਹੈ, ਬ੍ਰਦਰ यानी कि मामा और सिस्टर, ब्रदर और सिस्टर, ਉਹਦੀ ਮਦਰ ਦੇ ਜਿਹੜਾ ਬ੍ਰਦਰ ਹੈ ਜਾਂ ਭੈਣ ਹੈ ਉਹ ਵੀ ਕੰਪਲੇਂਟ ਕਰ ਸਕਦੇ ਨੇ, ਔਰ ਵਿਦ ਦਾ ਲੀਵ ਆਫ ਦਾ ਕੋਰਟ ਬਾਈ ਐਨੀ ਅਦਰ ਪਰਸਨ ਰਿਲੇਟਡ ਟੂ ਹਰ ਬਾਈ ਬਲੱਡ, ਜਾਂ ਕੋਈ ਵੀ ਵਿਅਕਤੀ ਜਿਹਦਾ ਥੋੜਾ ਵੀ ਕੋਈ ਖੂਨ ਦਾ ਕੋਈ ਰਿਸ਼ਤਾ ਹੈਗਾ ਉਸ ਲੜਕੀ ਦੇ ਨਾਲ ਜਿਹਨੇ ਸੁਸਾਈਡ ਕਮਿਟ ਕੀਤਾ ਹੈਗਾ,
ठीक है, कोर्ट की मंजूरी के नाल जो व्यक्ति हैगा वो मतलब कि कंप्लेंट कर सकता है टू हर बाय ब्लड और मैरिज और अडॉप्शन, चाहे अडॉप्शन के नाल भी रिलेशन होवे। ठीक है, मतलब कि जो पुलिस वालों कोई इदां दी इंक्वायरी की जाती है, कोई इन्वेस्टिगेशन की इन्वेस्टिगेशन की जाती है, तो उन्होंने वालों कोई कंप्लेंट पहला ली जाती है कंसर्न पर्सन वालों, फैमिली के किसी मैंबर वालों कंप्लेंट ली जाती है। ये दस्या गया सैक्शन 198A ਦੇ ਵਿੱਚ ਵੀ कौन व्यक्ति ਜਿਹੜੇ ਹੈਗੇ ਨੇ कंप्लेंट दे सकते हैं। ठीक है जी, 199 ਚ क्या है, प्रोसिक्यूशन फॉर द डेफामेशन, किसी से कोई मानहानि का केस करना हैगा, प्रोसिक्यूशन चलानी है किसी के खिलाफ, नो कोर्ट शैल टेक कॉग्निजेंस, जी कोई कोर्ट है डेफामेशन का केस नहीं चला सकती। क्यों नहीं चला सकती? नो कोर्ट शैल टेक कॉग्निजेंस ऑफ एन ऑफेंस पनिशेबल अंडर सैक्शन 21 सैक्शन डेफामेशन आ जाती है, एक्सेप्ट अपॉन ए कंप्लेंट मेड बाय सम पर्सन एग्रीड बाय द ऑफेंस, जो तक उसनों कोई व्यक्ति जिहड़ा अग्रीड पर्सन हैगा वो शिकायत नहीं करता कोर्ट ਨੂੰ। ठीक है, उद तक कोर्ट वालों जी हैगी ट्राई केस में ट्राई नहीं किया जा सकता ਜਾਂ फिर ਨਾਲ ਹੀ ਇਹਦੇ ਚ ਪ੍ਰੋਵੀਜ਼ਨ ਦਿੱਤੀ ਗਈ ਹੈ ਵੀ ਉਸ ਕੇਸ ਦੇ ਜਿੱਥੇ ਕੋਈ ਵਿਅਕਤੀ ਜਿਹੜਾ ਅਗਰੀਵਡ ਪਰਸਨ ਹੈਗਾ ਜਾਂ ਜਿਹਦੇ ਖਿਲਾਫ ਕੋਈ ਆਫੈਂਸ ਕਮਿਟ ਹੋਇਆ, ਉਹਦੀ ਉਮਰ 18 ਸਾਲ ਤੋਂ ਘੱਟ ਹੈ ਜਾਂ ਫਿਰ ਉਹ ਲੂਨੈਟਿਕ ਹੈ, ਇਡੀਅਟ ਹੈਗਾ। ਠੀਕ ਹੈ, ਉਸ ਕੇਸ ਦੇ ਵਿੱਚ ਜਿਹੜੀ ਹੈਗੀ ਹੈ ਕੋਰਟ ਜਿਹੜੀ ਹੈਗੀ ਹੈ, ਕੋਰਟ ਨੂੰ ਜਦੋਂ ਵੀ ਇਨਫੋਰਮੇਸ਼ਨ ਪੁਲਿਸ ਵੱਲੋਂ ਮਿਲਦੀ ਹੈ ਜਾਂ ਕਿਸੇ ਵੀ ਤਰੀਕੇ ਨਾਲ ਮਿਲਦੀ ਹੈ ਤਾਂ ਕੋਰਟ ਜਿਹੜੀ ਹੈਗਾ ਉਹਦਾ ਕੌਗਨੀਜੈਂਸ ਲੈ ਸਕਦੀ ਹੈ। सबसेक्शन 4 की कहा गया है, नो कंप्लेंट अंडर सबसेक्शन 2 शैल बी मेड बाय द पब्लिक प्रोसिक्यूटर एक्सेप्ट विद द प्रीवियस सैंक्शन ऑफ द स्टेट गवर्नमेंट। सबसेक्शन 2 ਦੇ ਵਿੱਚ ਕਿਹਾ ਗਿਆ ਸੀ ਜਿਹੜੇ ਵੀ ਕੋਈ ਪਬਲਿਕ ਆਫੀਸਰ ਹੈਗੇ, ਪਬਲਿਕ ਸਰਵੈਂਟ ਹੈਗੇ ਨੇ, ਵਾਈਸ ਪ੍ਰੈਜ਼ੀਡੈਂਟ ਹੈ, ਗਵਰਨਮੈਂਟ EMPLOYE ਹੈ ਜੀ, ਪ੍ਰੈਜ਼ੀਡੈਂਟ ਹੈ, ਐਡਮਿਨਿਸਟ੍ਰੇਟਰ ਹੈ, ਡਿਊਟੀ ਦੇ ਵਿੱਚ ਹੈ, ਚਾਹੇ ਕਿਤੇ ਵੀ ਕੋਈ ਮਿਨਿਸਟਰ ਹੈ, ਕੋਈ ਮੰਤਰੀ ਹੈ, ਉਹਨਾਂ ਦੇ ਖਿਲਾਫ the case being committed it upon a complaint in writing made by the public prosecutor। ਜਦੋਂ ਤੱਕ ਪਬਲਿਕ ਪ੍ਰੋਸੀਕਿਊਟਰ ਕੋਰਟ ਦੇ ਵਿੱਚ ਕੋਈ ਕੰਪਲੇਂਟ ਫਾਈਲ ਨਹੀਂ ਕਰਦਾ ਉਦੋਂ ਤੱਕ ਜਿਹੜਾ ਹੈ ਕੇਸ ਕੋਰਟ ਵੱਲੋਂ ਚਲਾਇਆ ਨਹੀਂ ਜਾ ਸਕਦਾ। ਪਰ ਫਿਰ ਵੀ ਨਾਲ ਅੱਗੇ ਜਾ ਕੇ ਸਬਸੈਕਸ਼ਨ 4 ਦੱਸਿਆ ਗਿਆ, no complaint under subsection 2 shall be made by the public prosecutor। ਜਿਹੜਾ ਪੀਪੀ ਹੈਗਾ ਉਹ ਇਦਾਂ ਦਾ ਕੋਈ ਕੇਸ ਫਾਈਲ ਨਹੀਂ ਕਰ ਸਕਦਾ ਕੋਰਟ ਦੇ ਵਿੱਚ ਕਿਸੇ ਵੀ ਉੱਪਰ ਦਰਸਾਏ ਗਏ ਸਬਸੈਕਸ਼ਨ 2 ਦੇ ਜਿਹੜੇ ऑफिसर हैगे ने उन्होंने के खिलाफ जो तक प्रीवियस सैंक्शन है गवर्नमेंट की ली जाए, एक्सेप्ट विद द प्रीवियस सैंक्शन स्टेट गवर्नमेंट की या स्टेट सेंटर गवर्नमेंट की जिहड़ा भी एम्पलाई हैगा। ठीक है, उसकी सैंक्शन तो बगैर जिहड़ा पीपी वालों कोई भी केस है कोर्ट में फाइल नहीं किया जा सकता। नो कोर्ट ऑफ सैशन शैल टेक कॉग्निजेंस ऑफ एन ऑफेंस अंडर सैक्शन सबसैक्शन 2 अगे सबसैक्शन 5 ਦੇ ਵਿੱਚ पढ़ रहे हैं। नो कोर्ट ऑफ सैशन shall take cognizance of an offence under subsection 2 unless the complaint is made within 6 months from the date on which the offence is alleged to have been committed। 6 ਮਹੀਨੇ ਜੇ ਬੀਤ ਗਏ ਕੋਈ offence commit ਹੋਇਆ ਸੀਗਾ, सबसेक्शन 2 ਦੀ ਗੱਲ ਕੀਤੀ ਗਈ ਹੈ। सबसेक्शन 2 ਦੇ ਵਿੱਚ ਕੌਣ ਵਿਅਕਤੀ ਦਰਸਾਏ ਗਏ ਨੇ, ਪ੍ਰੈਜ਼ੀਡੈਂਟ ਆਫ ਇੰਡੀਆ, ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ, the government of the state, the administrator duty ਦਾ, मिनिस्टर ऑफ द यूनियन ऑफ द स्टेट। ठीक है, ये व्यक्ति दसे गए हैं, इन्हों के खिलाफ जो कोई दावा दायर करना है सरकारी वकील ने तो उन्होंने तो जी हैगी है मतलब कि सरकार तो परमिशन लेनी पेगी। फिर जेकर 6 महीने के अंदर मतलब कि जे जिहड़ा ये जो ऑफेंस कमिट किया गया है वो 6 महीने के अंदर अंदर ही जिहड़ा है कार्रवाई की जा सकती है। नेक्स्ट आ गया चैप्टर 15 कंप्लेंट्स टू द मैजिस्ट्रेट्स। यानी कि जी कंप्लेंट हैगी है पुलिस में भी दी जा सकती है, जे कोई पुलिस तुहाडी कंप्लेंट की गल नहीं सुनती, तुहाडी गल नहीं सुनती तो फिर जिहड़ा व्यक्ति है कंसर्न पर्सन वो जी कंप्लेंट है डायरैक्टली तौर पर जी कोर्ट में भी कंप्लेंट कर सकता है। तो जो कोर्ट के कंप्लेंट होंगी है किसी व्यक्ति वालों तो जो कंप्लेनेंट होंदा है वो नाल ही अपना एक जिहड़ा हैगा एफिडेविट दिंदा है तो मैजिस्ट्रेट टेकिंग कॉग्निजेंस ऑफ एन ऑफेंस on the complaint shall examine upon oath the complainant।
ਜਦੋਂ ਕੰਪਲੇਨੈਂਟ ਆ ਕੇ ਕੋਈ ਕੰਪਲੇਂਟ ਫਾਈਲ ਕਰਦਾ ਹੈ ਤਾਂ ਉਸ ਨੂੰ ਐਗਜ਼ਾਮਿਨ ਕੀਤਾ ਜਾਂਦਾ ਹੈ ਤੇ ਉਹ ਆਪਣੀ ਓਥ ਲੈ ਕੇ ਜਿਹੜਾ ਹੈਗਾ ਸਹੁੰ ਚੁੱਕ ਕੇ ਜਿਹੜੀ ਹੈਗੀ ਆ ਆਪਦੀ ਜੋ ਗੱਲ ਕਹਿਣੀ ਜਾਂਦੀ ਹੈ ਉਹ ਕਹਿੰਦਾ ਹੈਗਾ, ਉਸ ਨੂੰ ਪੁੱਛਿਆ ਜਾਂਦਾ ਹੈ ਐਂਡ ਦਾ ਵਿਟਨੈਸਸ ਪ੍ਰੈਜ਼ੈਂਟ ਇਫ ਐਨੀ, ਤਾਂ ਉਹਦੇ ਵੱਲੋਂ ਗਵਾਹ ਵੀ ਪੇਸ਼ ਕੀਤੇ ਜਾ ਸਕਦੇ ਨੇ ਸਾਈਨ ਬਾਏ ਦਾ ਕੰਪਲੇਨੈਂਟ, ਜਿਹੜੀ ਉਹਨੇ ਕੰਪਲੇਂਟ ਕੀਤੀ ਹੁੰਦੀ ਆ ਉਹ ਉਹਦੇ ਵੱਲੋਂ ਸਾਈਨ ਕੀਤੀ ਜਾਂਦੀ ਹੈ ਐਂਡ ਦਾ ਵਿਟਨੈਸਸ ਐਂਡ ਆਲਸੋ ਵੀ ਦਾ ਮੈਜਿਸਟ੍ਰੇਟ ਬਾਏ, ਤਾਂ ਜਿਹੜੇ ਉਹਦੇ ਗਵਾਹ ਨੇ ਉਹ ਵੀ ਨਾਲ ਜਿਹੜੀ ਕੰਪਲੇਂਟ ਦੇ ਨਾਲ ਉਹਦੇ ਗਵਾਹ ਵੀ ਹੈਗੇ ਆ ਪੇਸ਼ ਕੀਤੇ ਜਾ ਸਕਦੇ ਨੇ, provided that when the complaint is made in writing the magistrate need not examine the complainant and the witnesses। ਇੱਥੇ ਗੱਲ ਆ ਕੇ ਕਹੀ ਗਈ ਹੈ ਵੀ ਜੇ ਕੰਪਲੇਂਟ ਜਿਹੜਾ ਕੰਪਲੇਨੈਂਟ ਹੈਗਾ ਜੇ ਪਬਲਿਕ ਸਰਵੈਂਟ ਹੈਗਾ, ਠੀਕ ਹੈ, ਤਾਂ ਉਹਨੂੰ ਐਗਜ਼ਾਮਿਨ ਕਰਨ ਦੀ ਲੋੜ ਨਹੀਂ ਕੋਰਟ ਨੂੰ, ਤਾਂ ਉਹਦੇ ਵੱਲੋਂ ਜਿਹੜੀ ਕੰਪਲੇਂਟ ਕੀਤੀ ਗਈ ਹੈ ਉਹ ਸਫੀਸ਼ੀਐਂਟ ਹੈਗੀ ਹੈ। ਅਦਰਵਾਈਜ਼ ਦੱਸਿਆ ਗਿਆ ਵੀ ਜਿਹੜਾ ਕੰਪਲੇਨੈਂਟ ਹੈਗਾ ਉਸ ਨੂੰ ਕੋਰਟ ਵੱਲੋਂ ਐਗਜ਼ਾਮਿਨ ਕੀਤਾ ਜਾਂਦਾ ਹੈ, provided that when the complaint is made in writing if the public servant acting purporting to act, ठीक है, court has made the complainant, or if the magistrate makes over the case the inquiry or trial to another magistrate under section 192, ਕਿਸੇ ਹੋਰ ਕੋਰਟ 'ਚ ਵੀ ਜਿਹੜਾ ਹੈਗਾ ਭੇਜਿਆ ਜਾ ਸਕਦਾ ਹੈਗਾ। ਮਤਲਬ ਕਹਿਣ ਦਾ ਭਾਵ ਹੈ ਸੈਕਸ਼ਨ 200 ਦੇ ਵਿੱਚ ਜਿਹੜਾ ਕੋਈ ਕੰਪਲੇਂਟ ਕਰਦਾ ਹੈ ਤਾਂ ਉਸ ਨੂੰ ਕੋਰਟ ਦੇ ਜਾ ਕੇ ਕੰਪਲੇਂਟ ਪੇਸ਼ ਕਰਨੀ ਹੁੰਦੀ ਹੈ ਤੇ ਉਹਦੀ ਐਗਜ਼ਾਮੀਨੇਸ਼ਨ ਕੀਤੀ ਜਾਂਦੀ ਹੈ ਵਿਅਕਤੀ ਦੀ ਜਿਹੜਾ ਕੰਪਲੇਂਟ ਹੁੰਦਾ ਹੈ। ਸੈਕਸ਼ਨ 201 'ਚ ਕਿਹਾ ਗਿਆ ਪ੍ਰੋਸੀਜਰ ਬਾय ਦਾ ਮੈਜਿਸਟ੍ਰੇਟ ਨਾਟ ਕੰਪੀਟੈਂਟ ਟੂ ਟੇਕ ਕੋਗਨੀਜੈਂਸ ਆਫ ਦਾ ਕੇਸ। ਜਦੋਂ ਮੈਜਿਸਟ੍ਰੇਟ ਵਾਲੇ ਕੋਈ ਇਦਾਂ ਦੀ ਕੰਪਲੇਂਟ ਫਾਈਲ ਕੀਤੀ ਜਾਂਦੀ ਹੈ ਤਾਂ ਉਹ ਮੈਜਿਸਟ੍ਰੇਟ ਨੂੰ ਲੱਗਦਾ ਹੈ ਵੀ ਇਹ ਜਿਹੜਾ ਕੇਸ ਹੈਗਾ ਮੇਰੇ ਵੱਲੋਂ ਟ੍ਰਾਈਏਬਲ ਨਹੀਂ ਹੈਗਾ, ਤਾਂ ਇਫ ਦਾ ਕੰਪਲੇਨੈਂਟ ਇਨ ਰਾਈਟਿੰਗ ਰਿਟਰਨ ਦਾ ਕੇਸ ਇਟਸ ਰਿਟਰਨ ਇਟ ਫॉर ਦਾ ਪ੍ਰੈਜੈਂਟੇਸ਼ਨ ਟੂ ਦਾ ਪ੍ਰੋਪਰ ਕੋਰਟ, ਤਾਂ ਜਿਹੜਾ ਕੇਸ ਹੈਗਾ ਉਹਦੀ ਅਰਜ਼ੀ ਹੈਗੀ ਉਹਨੂੰ ਵਾਪਸ ਕਰ ਦਿੱਤੀ ਜਾਂਦੀ ਹੈ ਵੀ ਜਿਹੜੀ ਕੰਪਲੇਂਟ ਕੋਰਟ ਹੈਗੀ ਹੈ ਉਸ ਜਾ ਕੇ ਤੂੰ ਆਪਣੀ ਐਪਲੀਕੇਸ਼ਨ ਦੇ। ਜੇਕਰ 203 ਦੇ ਵਿੱਚ ਸੈਕਸ਼ਨ ਕਿਹਾ ਹੈ ਜੇ ਉਹਦੀ ਕੰਪਲੇਂਟ ਜਿਹੜੀ ਹੈਗੀ ਹੈ ਲੱਗਦੀ ਹੈ ਕੋਰਟ ਨੂੰ ਡਿਸਮਿਸਲ ਆਫ ਦਾ ਕੰਪਲੇਂਟ ਇਫ ਆਫਟਰ ਦਾ ਕੰਸੀਡਰਿੰਗ ਦਾ ਸਟੇਟਮੈਂਟਸ ਔਨ ਦਾ ਓਥ, ਤੁਸੀਂ ਉਹਦੀ ਸਟੇਟਮੈਂਟ ਲੈ ਕੇ ਵਿਅਕਤੀ ਦੀ ਜਿਹੜਾ ਕੰਪਲੇਂਟ ਹੁੰਦਾ ਹੈ ਮੈਜਿਸਟ੍ਰੇਟ ਨੂੰ ਲੱਗਦਾ ਵੀ ਇਹ ਜਿਹੜੀ ਕੰਪਲੇਂਟ ਹੈ ਝੂਠੀ ਹੈਗੀ ਹੈ, ਇਹ 'ਚ ਕੋਈ ਦਮ ਨਹੀਂ ਹੈਗਾ, ਤਾਂ ਉਸਨੂੰ ਕੰਪਲੇਂਟ ਨੂੰ ਉਸੇ ਲੈਵਲ ਤੇ ਹੀ ਡਿਸਮਿਸ ਕੀਤਾ ਜਾ ਸਕਦਾ ਹੈ। ਨੈਕਸਟ ਹੈ ਚੈਪਟਰ 16 commencement of the proceedings before the magistrate, issue of process। ਦੋ ਤਰ੍ਹਾਂ ਦੇ ਕੇਸ ਹੁੰਦੇ ਨੇ, ਸਮਨ ਕੇਸ ਹੁੰਦੇ ਨੇ, ਵਾਰੰਟ ਕੇਸ ਹੁੰਦੇ ਨੇ। if the opinion of the magistrate takes cognizance of an offence there is sufficient ground for proceeding। ਜੇ ਸਮਨ ਕੇਸ ਹੈ he shall issue the summons, ਜੇ ਵਾਰੰਟ ਕੇਸ ਹੈ he may issue a warrant or if he thinks fit a summon or causing, ਜੇ ਸਮਨ ਭੇਜੇ ਜਾ ਸਕਦੇ ਨੇ ਜਾਂ ਵਾਰੰਟ ਵੀ ਭੇਜੇ ਜਾ ਸਕਦੇ ਨੇ ਕੋਰਟ ਨੂੰ, ਜਦੋਂ ਕੋਰਟ ਨੂੰ ਲੱਗਦਾ ਵੀ ਇਹ ਕੇਸ ਜਿਹੜਾ ਮੇਰੇ ਅਧਿਕਾਰ ਹੇਠ ਆਉਂਦਾ ਹੈਗਾ ਤਾਂ ਕੋਰਟ ਜਿਹੜਾ ਕੇਸ ਹੈ ਕਾਰਵਾਈ ਸ਼ੁਰੂ ਕਰ ਦਿੰਦੀ ਹੈ। no summons or warrant shall be issued against the accused under subsection 1 until a list of the prosecution witness has been filed। ਪ੍ਰੋਸੀਕਿਊਸ਼ਨ ਵੱਲੋਂ ਵਿਟਨੈਸ ਦੀ ਜਿਹੜੀ ਲਿਸਟ ਹੈਗੀ ਹੈ ਜਦੋਂ ਜਦੋਂ ਚਲਾਨ ਪੇਸ਼ ਕੀਤਾ ਜਾਂਦਾ ਹੈ ਤੇ ਨਾਲ ਜਿਹੜੇ ਵਿਟਨੈਸ ਹੁੰਦੇ ਉਹਦੀ ਇੱਕ ਲਿਸਟ ਭੇਜੀ ਜਾਂਦੀ ਹੈ। ਜਦੋਂ ਤੱਕ ਲਿਸਟ ਵਿਟਨੈਸ ਦੀ ਜਾਰੀ ਨਹੀਂ ਦਿੱਤੀ ਜਾਂਦੀ ਕੋਰਟ ਨੂੰ ਪ੍ਰੋਸੀਕਿਊਸ਼ਨ ਦੇ ਵੱਲੋਂ, ਉਦੋਂ ਤੱਕ ਜਿਹੜੀ ਹੈਗੀ ਹੈ ਸਮਨ ਜਾਰੀ ਨਹੀਂ ਕੀਤੇ ਜਾਂਦੇ। ਇਨ ਪ੍ਰੋਸੀਡਿੰਗ ਇੰਸਟੀਟਿਊਟਡ ਅਪਨ ਏ ਕੰਪਲੇਂਟ ਮੇਡ ਇਨ ਰਾਈਟਿੰਗ, ਸਮਨਸ ਔਰ ਵਾਰੰਟ ਜਿਹੜੇ ਭੇਜੇ ਜਾਂਦੇ ਆ ਉਹਦੇ ਨਾਲ ਜਿਹੜੀ ਕੰਪਲੇਂਟ ਦੀ ਕਾਪੀ ਵੀ ਨਾਲ ਭੇਜੀ ਜਾਂਦੀ ਹੈ। when by any law for the time being in force process fee are payable no process shall be issued। ਜਦੋਂ ਤੱਕ ਪ੍ਰੋਸੈਸ ਫੀ ਵਿਧੀ ਹੈਗੀ ਹੈ ਦਾਖਲ ਨਹੀਂ ਕਰਾਈ ਜਾਂਦੀ ਕੰਪਲੇਨੈਂਟ ਵੱਲੋਂ ਤਾਂ ਉਦੋਂ ਤੱਕ ਜਿਹੜਾ ਪ੍ਰੋਸੈਸ ਹੈ ਸਟਾਰਟ ਨਹੀਂ ਕੀਤਾ ਜਾਂਦਾ। Section 207 supply to the accused of the copy of the police report and other documents। ਜਿਹੜਾ ਅਕਿਊਜ਼ਡ ਹੁੰਦਾ ਹੈ ਉਸ ਨੂੰ ਜਿਹੜੀ ਹੈਗੀ ਰਿਪੋਰਟ ਹੁੰਦੀ ਹੈ ਪੁਲਿਸ ਦੀ ਰਿਪੋਰਟ ਹੁੰਦੀ ਹੈ ਉਹਦੀ ਕਾਪੀ ਵੀ ਦਿੱਤੀ ਜਾਂਦੀ ਹੈ ਤੇ ਹੋਰ ਡਾਕੂਮੈਂਟ ਵੀ ਦਿੱਤੇ ਜਾਂਦੇ ਨੇ। ਪੁਲਿਸ ਰਿਪੋਰਟ ਫਸਟ ਇਨਫੋਰਮੇਸ਼ਨ FIR ਰਿਪੋਰਟ ਰਿਕਾਰਡਡ ਅੰਡਰ ਸੈਕਸ਼ਨ 154, ਜਿਹਦੇ FIR ਦਰਜ ਕਰਦੇ ਆਪਾਂ ਸੈਕਸ਼ਨ 154 ਦੇ ਤਹਿਤ, ਠੀਕ ਹੈ, ਉਹ ਵੀ ਉਸ ਵਿਅਕਤੀ ਨੂੰ ਦਿੱਤੀ ਜਾਂਦੀ ਹੈ ਜਿਹਦੇ ਖਿਲਾਫ ਜਿਹੜਾ ਕੇਸ ਹੈ ਚਲਾਇਆ ਜਾਂਦਾ ਹੈ। ਤਾਂ ਸਟੇਟਮੈਂਟਸ ਰਿਕਾਰਡਡ ਅੰਡਰ ਸੈਕਸ਼ਨ 173 ਜਾਂ ਫਿਰ ਕਨਫੈਸ਼ਨ ਐਂਡ ਸਟੇਟਮੈਂਟਸ, ਕੋਈ ਕਨਫੈਸ਼ਨ ਕੀਤਾ ਹੋਵੇ ਕਿਸੇ ਨੇ
ਇਹ ਸਾਰੀ ਜਿਹੜੀ ਮਤਲਬ ਕਿ ਜੋ ਵੀ ਕੇਸ ਕਿਸੇ ਵਿਅਕਤੀ ਦੇ ਖਿਲਾਫ ਟ੍ਰਾਇਲ ਚਲਾਇਆ ਜਾਂਦਾ ਹੈ, ਉਹਦੀ ਸਾਰੀ ਦੀ ਸਾਰੀ ਜਿਹੜੀ ਡਾਕੂਮੈਂਟ ਹੈਗੇ ਆ ਉਸ ਵਿਅਕਤੀ ਨੂੰ ਅਕਿਊਜ਼ ਪਰਸਨ ਨੂੰ ਦਿੱਤਾ ਜਾਂਦਾ ਹੈ ਕੋਰਟ ਵੱਲੋਂ। चलो नेक्स्ट है सेक्शन चैप्टर 17 चार्ज कदों लगता है ਜਦੋਂ ਪੁਲਿਸ ਵੱਲੋਂ ਸਾਰੀ ਕਾਰਵਾਈ ਕੀਤੀ ਜਾਂਦੀ ਜਿਹਨੂੰ ਆਪਾਂ ਕਹਿੰਦੇ ਚਲਾਨ ਪੇਸ਼ ਕਰਨਾ। ਜਦੋਂ ਪੁਲਿਸ ਵੱਲੋਂ ਸਾਰੀ ਇਨਵੈਸਟੀਗੇਸ਼ਨ ਕਰਕੇ ਕੋਰਟ ਦੇ ਵਿੱਚ ਚਲਾਨ ਪੇਸ਼ ਕੀਤਾ ਜਾਂਦਾ ਹੈ, ਠੀਕ ਹੈ, ਤੇ ਨਾਲ ਜਿਹੜਾ ਦੋਸ਼ੀ ਹੁੰਦਾ ਦੋਸ਼ੀ ਦੀ ਹਾਜ਼ਰੀ ਦੇ ਵਿੱਚ ਚਲਾਨ ਪੇਸ਼ ਕੀਤਾ ਜਾਂਦਾ ਹੈ। ਜਿਹੜਾ ਵੀ ਅਕਿਊਜ਼ ਪਰਸਨ ਹੁੰਦਾ ਹੈ ਉਹਦੀ ਉਸ ਵੇਲੇ ਹਾਜ਼ਰੀ ਹੁੰਦੀ ਹੈ, ਉਹਦੀ ਹਾਜ਼ਰੀ ਦੇ ਵਿੱਚ ਚਲਾਨ ਪੇਸ਼ ਕੀਤਾ ਜਾਂਦਾ ਹੈ ਤੇ ਨਾਲ ਹੀ ਜੱਜ ਵੱਲੋਂ ਕਿਹਾ ਜਾਂਦਾ ਕੰਟੈਂਟਸ ਆਫ ਦਾ ਚਾਰਜ ਦੇ ਕੰਟੈਂਟਸ ਕੀ ਹੁੰਦੇ ਆ। ਐਵਰੀ ਚਾਰਜ ਅੰਡਰ ਦਿਸ ਕੋਡ ਸ਼ੈਲ ਸਟੇਟ ਦਾ ਅਫੈਂਸ, ਦੱਸਿਆ ਜਾਂਦਾ ਵੀ ਕੀ ਅਫੈਂਸ ਤੁਸੀਂ ਕਮਿਟ ਕੀਤਾ ਹੈਗਾ। ਜੇ ਕੋਈ ਸਪੈਸ਼ਲੀ ਤੌਰ ਤੇ ਨਾਮ ਲਿਖਿਆ ਗਿਆ, ਮਰਡਰ ਕੀਤਾ ਹੈ, ਡਕੈਤੀ ਕੀਤੀ ਹੈ, ਠੀਕ ਹੈ, ਉਹ ਲਿਖਿਆ ਜਾਂਦਾ ਹੈ ਵੀ ਤੁਸੀਂ ਆਹ ਅਫੈਂਸ ਕਮਿਟ ਕੀਤਾ ਹੈਗਾ। ਪੂਰਾ ਚਾਰਜ ਦੇ ਵਿੱਚ ਕੀ ਦੋਸ਼ ਲਗਾਇਆ ਗਿਆ ਉਹਦੇ ਉੱਤੇ ਉਹ ਸਾਰਾ ਉਸ ਵਿਅਕਤੀ ਨੂੰ ਦੱਸਿਆ ਜਾਂਦਾ ਹੈ ਤੇ ਨਾਲ ਹੀ ਚਾਰਜ ਦੀ ਉਹਦੀ ਸਾਰੇ ਚਾਰਜ ਦੀ ਜਿਹੜੀ ਕਾਪੀ FIR ਉਹਦੀ ਕਾਪੀ ਪੂਰੇ ਚਾਰਜ ਦੀ ਕਾਪੀ ਇੱਕ ਸੈੱਟ ਨੂੰ ਦਿੱਤਾ ਜਾਂਦਾ ਹੈ ਤੇ ਨਾਲ ਹੀ ਉਸ ਨੂੰ ਕਿਹਾ ਜਾਂਦਾ ਵੀ ਕੀ ਤੁਸੀਂ ਇਹ ਆਪਦਾ ਜਿਹੜਾ ਅਫੈਂਸ ਹੈ ਕਮਿਟ ਕਰਦੇ ਹੋ ਜਾਂ ਫਿਰ ਤੁਸੀਂ ਡਿਫੈਂਡ ਕਰਨਾ ਹੈਗਾ, ਠੀਕ ਹੈ। ਤੇ ਨੈਕਸਟ ਡੇਟ ਪਾਈ ਜਾਂਦੀ ਹੈ ਵੀ ਅਗਲੀ ਪੇਸ਼ੀ ਤੁਹਾਨੂੰ ਦਿੱਤੀ ਜਾਂਦੀ ਹੈ ਵੀ ਜੇ ਤੁਸੀਂ ਇਸ ਨੂੰ ਜੇ ਤੁਸੀਂ ਕਮਿਟ ਕਰਦੇ ਹੋ ਵੀ ਹਾਂ ਮੈਂ ਇਹ ਮਤਲਬ ਕਿ ਅਫੈਂਸ ਕਮਿਟ ਕੀਤਾ ਹੈ, ਫਿਰ ਤਾਂ ਉਸੇ ਵੇਲੇ ਕੇਸ ਦਾ ਫੈਸਲਾ ਕਰ ਦਿੱਤਾ ਜਾਂਦਾ ਹੈ, ਨਹੀਂ ਤਾਂ ਫਿਰ ਡਿਫੈਂਸ ਦੇ ਵਾਸਤੇ ਉਸ ਨੂੰ ਅਗਲੀ ਕਾਰਵਾਈ ਪੇਸ਼ੀ ਦਿੱਤੀ ਜਾਂਦੀ ਹੈ। Particulars as to time, place and person. The charge shall contain ਚਾਰਜ ਦੇ ਵਿੱਚ ਇਹ ਵੀ ਲਿਖਿਆ ਜਾਂਦਾ ਵੀ ਤੁਸੀਂ ਕਿਸ ਟਾਈਮ ਤੇ ਕਦੋਂ ਕਿਹੜੀ ਤਰੀਕ ਨੂੰ ਤੁਸੀਂ ਜਿਹੜਾ ਹੈਗਾ ਸੀ ਅਫੈਂਸ ਕਮਿਟ ਕੀਤਾ ਸੀ। 213 ਚ ਕਿਹਾ ਗਿਆ when manner of the committing offense must be stated, ਇਹ ਕਿਹਾ ਗਿਆ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਅਫੈਂਸ ਕਮਿਟ ਕੀਤਾ ਹੈ, ਠੀਕ ਹੈ, ਕਿਸ ਤਰੀਕੇ ਨਾਲ ਤੁਸੀਂ ਚੋਰੀ ਕੀਤੀ ਹੈ, ਠੱਗੀ ਕੀਤੀ ਹੈ, ਕੀ ਕੀਤਾ ਕਿਵੇਂ ਨਹੀਂ ਕੀਤਾ। ਇੱਕ ਐਗਜ਼ਾਮਪਲ ਦਿੱਤਾ is accused of the theft of a certain article at a certain time and place, the charge need not set out the manner in which the theft was effected। ਕਿਵੇਂ ਚੋਰੀ ਕੀਤੀ, ਕਿਸ ਤਰ੍ਹਾਂ ਕੀਤੀ, ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਚਾਰਜ ਦੱਸਿਆ ਜਾਵੇ। Words in charge taken in sense of law under which offense is punishable। ਫੈਕਟ ਆਫ ਏਰਰ ਛੱਡ ਦੋ, ਸਮਝੇ ਕਿਤੇ ਮਾੜਾ ਮੋਟੀ ਗਲਤੀ ਕਲੈਰੀਕਲ ਮਿਸਟੇਕ ਹੈਗੀ ਤਾਂ ਉਹਦੀ ਕੋਈ ਵੈਲਿਊ ਨਹੀਂ ਹੁੰਦੀ। ਕੋਰਟ ਮੇ ਆਲਟਰ ਦਾ ਚਾਰਜ, ਜਿਹੜੀ ਕੋਰਟ ਹੈਗੀ ਆ ਜਦੋਂ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਹੈਗਾ, ਐਨੀ ਕੋਰਟ ਮੇ ਆਲਟਰ ਔਰ ਐਡ ਟੂ ਐਨੀ ਚਾਰਜ ਐਟ ਐਨੀ ਟਾਈਮ ਬਿਫੋਰ ਦਾ ਜਜਮੈਂਟ ਇਜ਼ ਪ੍ਰੋਨਾਉਂਸਡ। ਕੋਰਟ ਕੋਲ ਅਧਿਕਾਰ ਹੈ ਜਿਹੜਾ ਕੋਈ ਚਾਰਜ ਲਗਾਇਆ ਗਿਆ ਪੁਲਿਸ ਵੱਲੋਂ ਉਹ 'ਚ ਆਲਟਰ ਵੀ ਕਰ ਸਕਦੀ ਹੈ ਤੇ ਐਡੀਸ਼ਨ ਵੀ ਕਰ ਸਕਦੀ ਹੈ। ਜੇ ਕੋਈ ਆਲਟਰੇਸ਼ਨ ਜਾਂ ਐਡੀਸ਼ਨ ਕੀਤੀ ਜਾਂਦੀ ਹੈ ਤਾਂ ਫਿਰ ਉਹ ਰੀਡ ਆਊਟ ਕਰਕੇ ਦੱਸੀ ਜਾਏਗੀ, ਉਸ ਅਕਿਊਜ਼ ਨੂੰ ਪੜ੍ਹੀ ਜਾਏਗੀ, ਦੱਸਿਆ ਜਾਏਗਾ ਵੀ ਜਿਹੜਾ ਚਾਰਜ ਤਰੀਕੇ ਲੱਗਿਆ ਇਹ ਸੀਗਾ ਪਰ ਕੋਰਟ ਵੱਲੋਂ ਅਮੈਂਡਮੈਂਟ ਕੀਤੀ ਗਈ ਹੈ। ਤਾਂ ਕੋਰਟ ਮੇ ਇਫ ਇਟਸ ਡਿਸਕ੍ਰਿਸ਼ਨ ਆਫਟਰ ਸਚ ਆਲਟਰੇਸ਼ਨ ਔਰ ਐਡੀਸ਼ਨ has been made proceed with the trial or as if altered or added charge had been original charge। ਕੋਰਟ ਪ੍ਰੋਸੀਡ ਵੀ ਕਰ ਸਕਦੀ ਹੈ ਐਜ਼ ਇਟ ਇਜ਼ ਜਾਂ ਫਿਰ ਉਹਦੀ ਜਿਹੜੀ ਅਮੈਂਡਮੈਂਟ ਕੀਤੀ ਗਈ ਹੈ ਅਮੈਂਡਮੈਂਟ ਕਰਨ ਤੋਂ ਬਾਅਦ ਵੀ ਪ੍ਰੋਸੀਡ ਕੀਤੀ ਜਾ ਸਕਦਾ ਹੈ ਕੋਰਟ ਵੱਲੋਂ। ਕੋਰਟ ਮੇ ਇਧਰ ਡਾਇਰੈਕਟ ਏ ਨਿਊ ਟ੍ਰਾਇਲ ਔਰ ਅਡਜਰਨ ਦਾ ਟ੍ਰਾਇਲ, ਨਵਾਂ ਟ੍ਰਾਇਲ ਵੀ ਸਟਾਰਟ ਕੀਤਾ ਜਾ ਸਕਦਾ ਜੇ ਆਲਟਰੇਸ਼ਨ ਹੋ ਗਈ ਕੋਈ ਟ੍ਰਾਇਲ ਦੇ ਵਿੱਚ, ਸੌਰੀ ਚਾਰਜ ਜੇ ਕੋਈ ਆਲਟਰੇਸ਼ਨ ਹੋ ਗਈ, ਜੇ ਟ੍ਰਾਇਲ ਪਹਿਲਾਂ ਚੱਲ ਰਿਹਾ ਹੈਗਾ, ਜੇ ਨਵਾਂ ਟ੍ਰਾਇਲ ਚਲਾਉਣ ਦੀ ਜ਼ਰੂਰਤ ਨਹੀਂ ਲੱਗਦੀ ਕੋਰਟ ਨੂੰ ਤਾਂ ਉਸ ਨੂੰ ਪ੍ਰੋਸੀਡ ਕੀਤਾ ਜਾ ਸਕਦਾ ਹੈ, ਅਦਰਵਾਈਜ਼ ਜਿਹੜਾ ਟ੍ਰਾਇਲ ਹੈਗਾ ਨਵੇਂ ਸਿਰੇ ਤੋਂ ਵੀ ਚਲਾਇਆ ਜਾ ਸਕਦਾ ਹੈ। ਇੱਥੇ ਅੱਗੇ ਸਬਸੈਕਸ਼ਨ 5 ਚ ਕਿਹਾ ਗਿਆ if the offense stated in the altered or added charge, ਚਾਰਜ ਕੋਈ ਆਲਟਰੇਸ਼ਨ ਹੋ ਗਈ ਜਾਂ ਕੋਈ ਐਡੀਸ਼ਨ ਹੋ ਗਈ, is one of the prosecution of which previous sanctions is necessary। ਜਿੱਥੇ ਕਿਤੇ ਇਹ ਲੱਗਿਆ ਕੋਰਟ ਨੇ ਕੋਈ ਆਲਟਰੇਸ਼ਨ ਕਰ ਦਿੱਤੀ ਚਾਰਜ ਦੇ ਵਿੱਚ ਤਾਂ ਇਹ ਲੱਗਦਾ ਵੀ ਜਿਹੜੀ ਹੁਣ ਪ੍ਰੋਸੀਕਿਊਸ਼ਨ ਦੇ ਚਲਾਉਣ ਦੇ ਲਈ ਸੈਂਕਸ਼ਨ ਲੈਣ ਦੀ ਲੋੜ ਹੈਗੀ ਗਵਰਨਮੈਂਟ ਦੀ, ਤਾਂ ਫਿਰ ਪਹਿਲਾਂ ਸੈਂਕਸ਼ਨ ਲਈ ਜਾਏਗੀ ਫਿਰ ਜਿਹੜਾ ਕੇਸ ਹੈਗਾ ਅੱਗੇ ਫਰਦਰ ਮਤਲਬ ਕਿ ਹੈਗਾ ਚਲਾਇਆ ਜਾਏਗਾ। ਰੀਕਾਲ ਆਫ ਵਿਟਨੈਸ ਵੈਨ ਚਾਰਜ ਆਲਟਰਡ, ਜੇ ਕਿਸੇ ਵਿਟਨੈਸ ਦੀ ਪਹਿਲਾਂ ਗਵਾਹੀ ਹੋ ਚੁੱਕੀ ਹੈ, ਆਲਰੇਡੀ ਪਹਿਲਾਂ ਗਵਾਹੀ ਹੋ ਚੁੱਕੀ ਹੈ ਪਰ
ਉਸ ਤੋਂ ਬਾਅਦ ਜਿਹੜਾ ਹੋਇਆ ਚਾਰਜ ਹੈਗਾ ਉਹਦੇ ਵਿੱਚ ਕੋਈ ਚੇਂਜਸ ਆ ਗਈ ਜਾਂ ਐਡੀਸ਼ਨਸ ਹੋ ਗਈ ਤਾਂ ਬਾਅਦ ਦੇ ਵਿੱਚ ਵੀ ਜਿਹੜਾ ਹੈਗਾ ਉਸ ਵਿਟਨੈਸ ਨੂੰ ਪਹਿਲੇ ਨੂੰ ਦੁਬਾਰਾ ਬੁਲਾਇਆ ਜਾ ਸਕਦਾ ਹੈਗਾ। ਸੈਪਰੇਟ ਚਾਰजेस ਔਰ ਡਿਸਟਿੰਕਟ ਆਫੈਂਸਸ ਫॉर ਐਵਰੀ ਡਿਸਟਿੰਕਟ ਆਫੈਂਸਸ ਵੱਖਰੇ ਵੱਖਰੇ ਜੇ ਕਿਸੇ ਨੇ ਆਫੈਂਸ ਕਮਿਟ ਕੀਤੇ ਹੈਗੇ ਆ which any person is accused, there shall be a separate charge, and every such charge shall be tried separately। देखो ਸਿੰਪਲ ਜੀ ਗੱਲ ਦੱਸੀ ਗਈ ਹੈ, ਵੱਖਰਾ ਕੋਈ offense ਕਿਸੇ ਨੇ ਡਕੈਤੀ ਕੀਤੀ ਹੈ ਵੱਖਰੀ ਹੈ, ਉਹਦਾ ਚਾਰਜ ਵੱਖਰਾ ਹੋਏਗਾ, ਠੀਕ ਹੈ। ਕੋਈ ਹੋਰ ਕੇਸ ਵੱਖਰਾ offense ਕਮਿਟ ਕੀਤਾ ਉਹਦਾ ਚਾਰਜ ਵੱਖਰਾ ਹੋਏਗਾ, ਅਲੱਗ-ਅਲੱਗ ਕੇਸ ਚੱਲਣਗੇ ਇਹ ਲਿਖਿਆ ਇਹਦੇ ਵਿੱਚ। The magistrate may try together all or any number of the charges framed against such person। ਜੇ ਇੱਕੋ ਸੀਰੀਜ਼ ਦੇ ਵਿੱਚ ਦੋ offense ਕਮਿਟ ਕੀਤੇ ਗਏ ਹੈ, provided that where the accused person by an application in writing so desires and magistrate is of the opinion that such person is not likely to be prejudiced thereby, the magistrate may try together all or any number of the charges framed against such person। ਤਾਂ ਇਕੱਠਿਆਂ ਨੂੰ ਵੀ ਚਲਾਇਆ ਜਾ ਸਕਦਾ ਹੈਗਾ, ਮੈਜਿਸਟ੍ਰੇਟ ਦੀ ਮਰਜ਼ੀ ਹੈਗੀ ਆ। ਜਿਵੇਂ ਇੱਕ ਐਗਜ਼ਾਮਪਲ ਦੇਖੋ, is accused of a theft on one occasion and the causing grievous hurt on the another occasion। ਇੱਕ ਜਗ੍ਹਾ ਤੇ ਉਹਨੇ ਥੈਫਟ ਕੀਤੀ, ਦੂਜੀ ਜਗ੍ਹਾ ਤੇ ਉਹਨੇ ਜਿਹੜੇ ਹੈਗਾ grievous hurt ਕਰ ਦਿੱਤੀ। A must be separately charged and separately tried for theft and causing grievous hurt। ਜਿਸ ਕਿਸੇ ਇੱਕ ਹੋਰ ਜਗ੍ਹਾ ਤੇ ਉਹਨੇ ਕੀਤੀ ਸੀ ਚੋਰੀ, ਕਿਸੇ ਹੋਰ ਜਗ੍ਹਾ ਤੇ ਜਾ ਕੇ ਉਸਨੇ ਕਿਸੇ ਨੂੰ grievous hurt ਕਰ ਦਿੱਤੀ, ਜਿਹਦਾ ਜਿੱਥੇ ਚੋਰੀ ਕੀਤੀ ਉੱਥੇ grievous hurt ਕੀਤੀ ਗਈ ਹੁੰਦੀ, ਇਹਦਾ ਚਾਰਜ ਇਕੱਠਾ ਚੱਲ ਸਕਦਾ ਸੀਗਾ, ਠੀਕ ਹੈ। ਇੱਥੇ ਚੋਰੀ ਕਿਤੇ ਹੋਰ ਕੀਤੀ ਹੈ, grievous hurt ਕਿਸੇ ਵਿਅਕਤੀ ਨੂੰ ਜਾ ਕੇ ਕਿਸੇ ਹੋਰ ਜਗ੍ਹਾ ਦਿੱਤੀ ਹੈ, ਠੀਕ ਹੈ। ਤਾਂ ਇਸ ਕਰਕੇ ਜਿਹੜੇ ਕੇਸ ਹੈਗੇ ਦੋ ਸੈਪਰੇਟ ਚਾਰਜ ਲੱਗਣਗੇ ਤੇ ਸੈਪਰੇਟ ਹੀ ਚੱਲਣਗੇ। 3 offenses same kind within a year may be charged together। ਇੱਥੇ ਕਿਹਾ ਗਿਆ ਸੈਕਸ਼ਨ 219 ਦੇ ਵਿੱਚ ਇੱਕੋ ਨੇਚਰ ਦੇ 3 offense ਕਮਿਟ ਕੀਤੇ ਹੋਣ ਕਿਸੇ ਵਿਅਕਤੀ ਨੇ 1 ਸਾਲ ਦੇ ਅੰਦਰ ਤਾਂ ਤਿੰਨਾਂ ਚਾਰਜਾਂ ਨੂੰ ਜਿਹੜਾ ਹੈਗਾ ਤਿੰਨੇ ਕੇਸਾਂ ਨੂੰ ਇਕੱਠਾ ਚਾਰਜ ਲਗਾ ਕੇ ਚਲਾਇਆ ਜਾ ਸਕਦਾ ਹੈ। Trial for more than one offenses if in one series of the acts, ਆਪਾਂ ਗਲਤ ਕਰ ਚੁੱਕੇ ਹਾਂ ਪਹਿਲਾਂ, if in one series of the acts ਇੱਕੋ ਐਕਟ ਕਮਿਟ ਕੀਤਾ ਸੀ, ਉਹਦੇ ਵਿੱਚ ਹੀ ਕਈ offense ਕਮਿਟ ਹੋ ਗਏ, so connected together as to form the same transaction, more offenses than one are committed by the same person, he may be charged with and tried at one trial for the every such offense। 2-3 offense ਕਮਿਟ ਹੋ ਗਏ, ਚੋਰੀ ਵੀ ਹੋ ਗਈ, ਡਾਕਾ ਵੀ ਮਾਰ ਲਿਆ, ਬੰਦੇ ਨੂੰ ਸੱਟਾਂ ਵੀ ਮਾਰੀਆਂ, ਠੀਕ ਹੈ। ਇੱਕੋ ਐਕਟ ਇੱਕ ਸੀਗਾ, 2-3 offense ਕਮਿਟ ਹੋ ਗਏ, ਤਾਂ ਇਹਨਾਂ ਨੂੰ ਇਕੱਠੇ ਤੌਰ ਤੇ ਚਲਾਇਆ ਜਾ ਸਕਦਾ ਹੈ। ਇੱਕ ਐਗਜ਼ਾਮਪਲ ਦੇਖ ਲਓ, A rescues B a person in lawful custody। B ਪਰਸਨ ਜਿਹੜਾ ਹੈਗਾ ਕਿਸੇ ਕਸਟਡੀ ਦੇ ਵਿੱਚ ਹੈਗਾ ਕਾਨੂੰਨੀ ਤੌਰ ਤੇ, ਇਹ ਉਹਨੂੰ ਬਚਾ ਰਿਹਾ ਹੈ, and in so doing causes grievous hurt to C। ਕੰਸਟੇਬਲ ਨੂੰ ਸੱਟ ਮਾਰ ਕੇ, ਠੀਕ ਹੈ, B ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ। A constable in whose custody B was, A may be charged with and convicted of the offences under section 225 and 333। ਉਹਦੇ ਤੇ ਇਕੱਠਾ ਕੇਸ ਚੱਲ ਸਕਦਾ ਹੈ, ਦੋਹੇ ਚਾਰਜ ਇਕੱਠੇ ਲੱਗ ਸਕਦੇ ਹੈ, ਦੋਹਾਂ ਨੂੰ ਇਕੱਠੇ ਤੌਰ ਤੇ ਜਿਹੜਾ ਹੈਗਾ ਉਸਨੂੰ ਚਲਾਇਆ ਜਾ ਸਕਦਾ ਹੈਗਾ, ਕਿਉਂਕਿ ਇੱਕੋ ਐਕਟ ਸੀਗਾ, ਇੱਕੋ ਐਕਟ ਦੇ ਵਿੱਚ 2 ਸੈਕਸ਼ਨਾਂ ਲੱਗ ਗਈਆਂ ਉਹਦੇ ਤੇ। ਇੱਕ ਤਾਂ ਉਹਦੇ ਤੇ ਲੱਗ ਗਿਆ ਗ੍ਰੀਵਸ ਹਰਟ ਦਾ ਲੱਗ ਗਿਆ, ਦੂਜਾ ਲੱਗ ਗਿਆ ਉਸਨੂੰ ਲਾਅਫੁਲ ਕਸਟਡੀ ਚੋਂ ਕਿਸੇ ਵਿਅਕਤੀ ਨੂੰ ਭਜਾਣਾ। खत्म हो गए।
ਸੈਕਸ਼ਨ 221 ਹੈ ਵੇਅਰ ਇਟ ਇਜ਼ ਡਾਊਟਫੁਲ ਵਟ ਅਫੈਂਸਿਸ ਹੈਜ਼ ਬੀਨ ਕਮਿਟਡ, ਜਦੋਂ ਇਹ ਡਾਊਟ ਹੋਵੇ ਵੀ ਅਫੈਂਸ ਕਿਹੜਾ ਕਮਿਟ ਕੀਤਾ ਵਿਅਕਤੀ ਨੇ। ਇਫ ਏ ਸਿੰਗਲ ਐਕਟ ਔਰ ਸੀਰੀਜ਼ ਆਫ ਦ ਐਕਟਸ ਇਜ਼ ਸੱਚ nature that is doubtful which of the several offenses has been offenses the facts which can be proved will constitute all or any of such offenses and any number of the such charges may be tried at once। ਕੋਈ ਵੀ ਕੇਸ ਚਲਾਇਆ ਜਾ ਸਕਦਾ ਜਿੱਥੇ ਡਾਊਟਫੁਲ ਹੋਵੇ, ਸਾਰੇ ਵੀ ਚਲਾਏ ਜਾ ਸਕਦੇ ਉਹਦੇ ਖਿਲਾਫ offenses ਦੇ, ਤੇ ਕੋਈ ਇੱਕ ਵੀ ਚਲਾਇਆ ਜਾ ਸਕਦਾ ਹੈਗਾ ਜਿੱਥੇ ਡਾਊਟਫੁਲ ਹੋਵੇ ਵੀ ਕਿਹੜਾ offense ਕਮਿਟ ਕੀਤਾ ਹੈ ਕਿਸੇ ਵਿਅਕਤੀ ਨੇ। He may be convicted of the offense which he is shown to have been committed although was not charged with it। ਬੇਸ਼ੱਕ ਉਹਤੇ ਚਾਰਜ ਨਹੀਂ ਲਗਾਇਆ ਗਿਆ, ਇੱਥੇ ਕਿਹਾ ਗਿਆ ਵੀ ਜੇ ਸ਼ੋ ਹੁੰਦਾ ਹੋਵੇ ਵੀ ਇਹ ਜਿਹੜਾ offense ਹੈ ਇਸ ਵਿਅਕਤੀ ਨੇ ਕਮਿਟ ਕੀਤਾ ਹੈ ਤਾਂ ਉਹਦੇ ਤੇ ਇਹ ਚਾਰਜ ਲਗਾਇਆ ਜਾ ਸਕਦਾ। he is ਟਰਾਈ ਕੀਤਾ ਜਾ ਸਕਦਾ। is accused of an act which he may amount to theft or receiving stolen property or criminal breach of trust or cheating he may be charged। ਦੇਖੋ ਇੱਕ ਐਗਜ਼ਾਮਪਲ ਹੈਗੀ ਹੈ is accused of an act which may amount to theft, ਚੋਰੀ ਵੀ ਹੋ ਸਕਦੀ ਹੈ, on receiving stolen property ਜਾਂ ਉਹਨੇ stolen property ਰਿਸੀਵ ਕੀਤੀਆਂ ਹੋ ਸਕਦੀਆਂ ਨੇ, criminal breach of trust or cheating ਧੋਖਾ ਵਗੈਰਾ ਕਿਸੇ ਨੂੰ ਦਿੱਤਾ ਹੋ ਸਕਦਾ। he may be charged with theft, receiving stolen property, criminal breach of trust, ਇਹ ਸਾਰੇ ਸੈਕਸ਼ਨ ਉੱਤੇ ਲਗਾਏ ਜਾ ਸਕਦੇ ਆ। What persons may be charged jointly? Persons accused, the following person ਕਿਹੜੇ ਵਿਅਕਤੀਆਂ ਨੂੰ ਇਕੱਠੇ ਤੌਰ ਤੇ ਮਤਲਬ ਕਿ ਕਿਸੇ ਦੇ ਖਿਲਾਫ ਮੁਕੱਦਮਾ ਚਲਾਇਆ ਜਾ ਸਕਦਾ ਹੈ। Persons accused of the same offense, ਇੱਕ offense ਦੇ ਵਿੱਚ ਇਕੱਠੇ ਵਿਅਕਤੀ ਨੇ ਜਿਵੇਂ ਚੋਰੀ ਕੀਤੀ ਹੈ, ਚਾਰ ਬੰਦੇ ਇਕੱਠੇ ਹੈਗੇ ਆ, ਚਾਰਾਂ ਦੇ ਖਿਲਾਫ ਮੁਕੱਦਮਾ ਇਕੱਠਾ ਚਲਾਇਆ ਜਾ ਸਕਦਾ ਹੈ। Persons accused of same offense committed in the course of same transaction, ਇੱਕੋ ਐਕਟ ਦੇ ਵਿੱਚ ਉਹਨਾਂ ਨੇ ਚਾਰ ਪੰਜ ਇਕੱਠੇ ਹੋ ਕੇ ਜਾਂ ਕੋਈ ਅਬੈਟਮੈਂਟ ਕੀਤੀ ਹੈ ਜਾਂ ਕੋਈ ਡਕੈਤੀ ਕੀਤੀ ਹੈ ਜਾਂ ਕੋਈ ਠੱਗੀ ਮਾਰੀ ਹੈ, ਠੀਕ ਹੈ, ਸਾਰਿਆਂ ਦੇ ਖਿਲਾਫ ਇਕੱਠਾ ਮੁਕੱਦਮਾ ਚਲਾਇਆ ਜਾਂਦਾ ਜਿਵੇਂ ਅਕਸਰ ਹੁੰਦਾ ਹੈਗਾ। ਵਿਡਰਾਅਲ ਦੀ ਗੱਲ ਕੀਤੀ ਗਈ ਵੀ ਜਿੱਥੇ ਕਿਤੇ ਕੋਈ ਚਾਰ ਪੰਜ ਕੇਸ ਉਹ ਲੱਗ ਜਾਣ ਤਾਂ ਕਿਸੇ ਵਿੱਚੋਂ ਕਿਸੇ ਇੱਕ ਦੋ ਜਾਂ ਜਿਹੜੇ ਹੈਗੇ ਮਤਲਬ ਕਿ ਸੈਕਸ਼ਨਸ ਜਿਹੜੀਆਂ ਹੈਗੀਆਂ ਨੇ ਉਹਨੂੰ ਵਿਡਰਾ ਵੀ ਪ੍ਰੋਸੀਕਿਊਸ਼ਨ ਵੱਲੋਂ ਕੀਤਾ ਜਾ ਸਕਦਾ ਹੁੰਦਾ। ਵਿਡਰਾਅਲ ਆਫ ਦ ਰਿਮੇਨਿੰਗ ਚਾਰਜਸ ਔਨ ਕਨਵਿਕਸ਼ਨ on one of the several charges, ਇੱਥੇ ਕਈ ਚਾਰਜ ਲਗਾ ਦਿੱਤੇ ਗਏ ਹੋਣ ਤਾਂ ਪ੍ਰੋਸੀਕਿਊਸ਼ਨ ਵੱਲੋਂ ਮਤਲਬ ਕਿ ਪ੍ਰੂਵ ਹੋਣ ਤੇ ਵਿਡਰਾਅ ਵੀ ਕੀਤੇ ਜਾ ਸਕਦੇ ਨੇ ਕੁਝ ਚਾਰਜਸ। ਅੱਜ ਦੀ ਕਲਾਸ ਆਪਾਂ ਇੱਥੇ ਬੰਦ ਕਰਾਂਗੇ ਜੀ, ਟਾਈਮ ਹੋ ਗਿਆ। ਇਸ ਦਾ ਕੋਈ ਕੁਐਸਚਨ ਹੈ ਕਰ ਸਕਦਾ ਜੀ। ਕੱਲ ਨੂੰ ਫਿਰ ਅਸੀਂ ਕੰਟੀਨਿਊ ਕਰਾਂਗੇ ਇਹੀ ਜਿਹੜਾ ਚੈਪਟਰ ਹੈਗਾ, ਇਹੀ ਜਿਹੜਾ ਪੇਪਰ ਹੈਗਾ CRPC ਇਸ ਟਾਈਮ ਤੇ। ਐਨੀ ਕੁਐਸਚਨ? ਚਲੋ ਠੀਕ ਹੈ ਜੀ, ਕਲਾਸ ਇਜ਼ ਓਵਰ, ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ। ਥੈਂਕ ਯੂ ਜੀ।